ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਇਨਸਾਨ ਇਕੱਲਾ ਨਹੀਂ ਰਹਿ ਸਕਦਾ, ਇਸ ਕਰਕੇ ਸਮਾਜ ਦੀ ਰਚਨਾ ਹੋਈ। ਕਹਿੰਦੇ ਨੇ ਕਿ ਜੇ ਕੋਈ ਇਨਸਾਨ ਇਕੱਲਾ ਬੈਠਾ ਹੈ ਤੇ ਫਿਰ ਵੀ ਉਦਾਸ ਹੈ, ਉਹਦਾ ਕਾਰਨ ਕੀ ਹੈ? ਕਹਿੰਦੇ ਜੇ ਇਕੱਲਾ ਬੈਠਾ ਤੇ ਬੈਠਾ ਕਿਹਦੇ ਕੋਲ ਹੈ? ਆਪਣੇ ਆਪ ਕੋਲ ਬੈਠਾ ਹੈ ਔਰ ਆਪਣੇ ਆਪ ਤੋਂ ਹੀ ਉਦਾਸ ਹੈ। ਆਪਣਾ ਆਪ ਹੀ ਉਹਨੂੰ ਚੰਗਾ ਨਹੀਂ ਲੱਗਦਾ ਪਿਆ। ਇਹਦਾ ਕੀ ਕਾਰਨ ਹੈ? ਸੋ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਪਰ ਮੁੱਕਦੀ ਗੱਲ ਇਹ ਹੈ ਕਿ ਇਨਸਾਨ ਨੂੰ ਇਕੱਲੇਪਨ ਤੋਂ ਬਚਾਉਣ ਵਾਸਤੇ ਸਮਾਜ ਦੀ ਰਚਨਾ ਹੋਈ, ਤਾਂ ਕਿ ਉਹ ਗੱਲਬਾਤ ਕਰੇ, ਆਪਣਾ ਸੁੱਖ ਦੁੱਖ ਵੰਡੇ ਤੇ ਮਿਲ ਕੇ ਰਹਿਣ ਸਾਰੇ ਜਾਣੇ। ਔਰ ਇਹੀ ਕਿਸੇ ਆਦਰਸ਼ ਸਮਾਜ ਦੀ ਸਭ ਤੋਂ ਵੱਡੀ ਉਪਲਬਧੀ ਹੁੰਦੀ ਹੈ, ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਕਿ ਜਿਹਦੇ ਵਿੱਚ ਸਭ ਭਾਈਚਾਰਕ ਸਾਂਝ ਹੋਵੇ ਤੇ ਸੋਸ਼ਲ ਜਸਟਿਸ ਮਿਲੇ, ਸਮਾਜਿਕ ਨਿਆਂ ਹੋਵੇ। ਪਰ ਅਸੀਂ ਦੇਖਦੇ ਹਾਂ ਕਿ ਮੁੱਢ ਕਦੀਮ ਤੋਂ ਜੋ ਇਹ ਇਨਸਾਨੀ ਸਮਾਜ ਦੀਆਂ ਕੋਸ਼ਿਸ਼ਾਂ ਚੱਲਦੀਆਂ ਪਈਆਂ ਨੇ, ਇਹਦੇ ਵਿੱਚ ਫਿਰ ਬੁਰਾਈ ਆ ਜਾਂਦੀ ਹੈ, ਕਿਉਂਕਿ ਸਾਡਾ ਲਾਲਚ, ਪਰਸਨਲ ਇੰਟਰਸਟ, ਇਹ ਸਾਰਾ ਜਿਹੜਾ ਫੈਬਰਿਕ ਹੈ ਨਾ, ਸੋਸ਼ਲ ਫੈਬਰਿਕ, ਉਹਨੂੰ ਤੋੜ ਕੇ ਰੱਖ ਦਿੰਦਾ, ਮਰੋੜ ਕੇ ਰੱਖ ਦਿੰਦਾ, ਕਿਉਂਕਿ ਅਸੀਂ ਆਪਣਾ ਫਾਇਦਾ ਦੇਖਣ ਲੱਗ ਪੈਂਦੇ। ਜਦ ਕਿ ਸਮਾਜ ਦਾ ਮਤਲਬ ਇਹ ਹੈ ਕਿ ਸਾਰੇ ਮਿਲ ਕੇ ਅੱਗੇ ਵਧੋ, ਸਭ ਦਾ ਫਾਇਦਾ ਹੋਣਾ ਚਾਹੀਦਾ। ਕਮਾਈ ਕਰਨ ਵਾਸਤੇ ਬਾਹਰ ਵੀ ਜਾਂਦੇ ਨੇ ਕਈ ਲੋਕ, ਕੁਝ ਆਪਣੇ ਦੇਸ਼ ਵਿੱਚ ਵੀ ਰਹਿ ਕੇ ਕਮਾਈ ਕਰਦੇ ਨੇ, ਪਰ ਜਿਹੜੇ ਬਾਹਰ ਜਾਂਦੇ ਨੇ ਕਮਾਈ ਕਰਨ ਵਾਸਤੇ, ਉਹਨਾਂ ਦੇ ਹਾਲਾਤ ਇੱਦਾਂ ਬਣੇ ਹੋਏ ਨੇ। ਐਕਸਪਰਟਸ ਨੇ ਜੋ ਕੋਟ ਕੀਤਾ ਕਿ ਅਸੀਂ ਅਜਿਹੇ ਦੌਰ 'ਚੋਂ ਲੰਘ ਰਹੇ ਹਾਂ ਜਦੋਂ ਖਾੜੀ ਖਿੱਤੇ ਅੰਦਰ ਭਾਰਤੀ ਕਾਮਿਆਂ ਵੱਲੋਂ ਵਾਪਸ ਭੇਜੀ ਜਾਂਦੀ ਕਮਾਈ ਵਿੱਚ ਖੜੋਤ ਆ ਗਈ ਹੈ ਜਾਂ ਕਮੀ ਆ ਗਈ ਹੈ। ਕਿਉਂਕਿ ਕਮਾਈ ਕਰਨ ਬਾਹਰ ਗਏ ਨੇ, ਪਰ ਕੁਝ ਜੋ ਸੋਸ਼ਲ ਸਟਰਕਚਰ ਬਾਹਰ ਦੇ ਵੀ ਨੇ ਤੇ ਭਾਰਤ ਦੇ ਵੀ ਨੇ, ਦੋਨਾਂ ਦਾ ਆਪਸ ਦੇ ਵਿੱਚ ਜਿਹੜਾ ਤਾਲਮੇਲ ਹੈ, ਉਸ ਦੇ ਕਾਰਨ ਇਹ ਸਾਰਾ ਜਿਹੜਾ ਟ੍ਰੇਡ ਹੈ, ਸਾਰਾ ਜਿਹੜਾ ਬਿਜ਼ਨਸ ਹੈ ਉਹ ਚੱਲਦਾ, ਤੇ ਉਹਦੇ ਵਿੱਚ ਜਿਹੜੇ ਹਾਲਾਤ ਪੈਦਾ ਹੋ ਗਏ ਨੇ, ਉਹਨਾਂ ਬਾਰੇ ਇਹ ਗੱਲਬਾਤ ਕੀਤੀ ਜਾ ਰਹੀ ਹੈ ਕਿ ਸੰਨ 2021 ਵਿੱਚ ਭਾਰਤ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਕਾਮਿਆਂ ਤੋਂ 87 ਅਰਬ ਡਾਲਰ ਹਾਸਿਲ ਹੋਏ ਸੀ। ਤੇ ਖਾੜੀ ਮੁਲਕਾਂ ਤੋਂ ਭਾਰਤੀ ਕਾਮਿਆਂ ਦੀ ਕਮਾਈ ਵਿੱਚ ਆਈ ਕਮੀ ਬਾਰੇ ਅਧਿਐਨ ਕਰਨ ਦੀ ਲੋੜ ਹੈ, ਫਿਰ ਸਟੱਡੀ ਦੀ ਲੋੜ ਹੈ, ਕਿਉਂਕਿ ਸੋਸ਼ਲ ਫੈਬਰਿਕ ਦੀ ਗੱਲ ਹੈ। ਦੋਹਾਂ ਥਾਵਾਂ ਦੇ ਸਮਾਜ ਵੱਖੋ ਵੱਖਰੇ, ਉਹਨਾਂ ਦੀਆਂ ਜ਼ਰੂਰਤਾਂ ਵੱਖੋ ਵੱਖਰੀਆਂ, ਇਸ ਕਰਕੇ ਕਮਾਈ ਉਹਨਾਂ ਜ਼ਰੂਰਤਾਂ ਦੇ ਉੱਤੇ ਹੀ ਨਿਰਭਰ ਕਰਦੀ ਹੈ। ਇਸ ਕਰਕੇ ਜੋ ਭਾਰਤ ਵਿੱਚ ਉਹ ਕਮਾਈ ਭੇਜਦੇ ਸੀ, ਉਹਦੇ ਵਿੱਚ ਕਮੀ ਆਈ। ਸੋ ਇਹ ਵੀ ਇੱਕ ਅਧਿਐਨ ਦਾ ਵਿਸ਼ਾ। ਦੂਜਾ, ਹੁਣ ਜੇ ਅਸੀਂ ਭਾਰਤ ਦੇ ਵਿੱਚ ਆਈਏ ਤਾਂ ਭਾਰਤ ਦੇ ਵਿੱਚ ਇਸ ਵਕਤ ਸਮਾਜਿਕ ਨਿਆਂ ਦੀ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ ਹੈ। ਅਸਲੀ ਅਰਥਾਂ ਦੇ ਵਿੱਚ ਆਦਰਸ਼ ਸਮਾਜ ਉਹੀ ਸਮਾਜ ਹੈ ਜੋ ਇਹ ਮੰਨਦੇ ਨੇ ਸੋਸ਼ਲ ਸਾਇੰਟਿਸਟ ਕਿ ਜਿਹਦੇ ਵਿੱਚ ਧਾਰਮਿਕ ਕੱਟੜਤਾ ਨਹੀਂ ਹੋਣੀ ਚਾਹੀਦੀ। ਅਸੀਂ ਇੰਡੀਆ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਹਾਂ। ਸਮਾਜਿਕ ਬਰਾਬਰੀ ਹੋਣੀ ਚਾਹੀਦੀ ਹੈ। ਆਰਥਿਕ ਸ਼ੋਸ਼ਣ, ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ। ਮਰਦ ਔਰਤ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ, ਤੇ ਬਾਕੀ ਜਿਹੜੀਆਂ ਹੋਰ ਵੀ ਬੁਰਾਈਆਂ ਇਨਸਾਨ ਨੂੰ ਇਨਸਾਨ ਨਹੀਂ ਬਣਨ ਦਿੰਦੀਆਂ, ਉਹ ਨਹੀਂ ਹੋਣੀਆਂ ਚਾਹੀਦੀਆਂ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਗੱਲ ਇੱਦਾਂ ਆਏਗੀ ਕਿ ਇਹ ਕਿਤਾਬੀ ਗੱਲਾਂ ਹੋ ਰਹੀਆਂ ਨੇ। ਕਿਤਾਬੀ ਗੱਲਾਂ ਤਾਂ ਹੋ ਰਹੀਆਂ ਨੇ, ਪਰ ਕਿਤਾਬਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ ਪਵਿੱਤਰ ਗ੍ਰੰਥ ਵੀ ਕਹਿੰਦੇ ਹਾਂ? ਉਹ ਵੀ ਸਾਨੂੰ ਇਹੀ ਸਿੱਖਿਆ ਦਿੰਦੇ ਨੇ ਕਿ ਸਮਾਜ ਦੇ ਵਿੱਚ ਕਿਹੜੀਆਂ ਬੁਰਾਈਆਂ ਨਹੀਂ ਹੋਣੀਆਂ ਚਾਹੀਦੀਆਂ, ਤਾਂ ਕਿ ਆਦਰਸ਼ ਇੱਕ ਸੋਹਣਾ ਸਮਾਜ ਬਣੇ ਜਿਹਦੇ ਵਿੱਚ ਸਭ ਨੂੰ ਸੁੱਖ ਦਾ ਸਾਹ ਆਵੇ, ਇੱਕ ਵਧੀਆ ਸਮਾਜ ਬਣੇ। ਉਹਨਾਂ ਬੁਰਾਈਆਂ ਨੂੰ ਕਿੱਦਾਂ ਦੂਰ ਕਰਨਾ। ਸੋ ਇਹ ਕੁੱਲ ਮਿਲਾ ਕੇ ਜੋ ਅਸੀਂ ਇਸ ਵਕਤ ਸੁਪਨਾ ਦੇਖ ਰਹੇ ਹਾਂ ਕਿ ਸਾਰੀ ਦੁਨੀਆ ਇੱਕ ਹੋ ਜਾਏ, ਵਨ ਵਰਲਡ ਹੈ ਨਾ, ਅਸੀਂ ਸਾਰੀ ਦੁਨੀਆ ਦੇ ਸਿਟੀਜ਼ਨ ਹਾਂ, ਵਨ ਵਰਲਡ ਗਵਰਨਮੈਂਟ ਹੋਵੇ, ਵਨ ਵਰਲਡ ਸੋਸ਼ਲ ਸਟਰਕਚਰ ਹੋਵੇ, ਵਨ ਵਰਲਡ ਫਾਈਨੈਂਸ਼ੀਅਲ ਸਟਰਕਚਰ ਹੋਵੇ, ਵਨ ਵਰਲਡ ਜਸਟਿਸ ਹੋਵੇ। ਸੋ ਇਹ ਸਭ ਕੁਝ ਅਸੀਂ ਇੱਕੋ ਤਰ੍ਹਾਂ ਦੇ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰੀਏ। ਹਾਲਾਂਕਿ ਯੂਰੋਪੀਅਨ ਪੁਆਇੰਟ ਆਫ ਵਿਊ ਵੱਖਰਾ ਹੈ, ਇੰਡੀਅਨ ਪੁਆਇੰਟ ਆਫ ਵਿਊ ਵੱਖਰਾ, ਫਿਰ ਵੀ ਸੋਚ ਹੈ ਕਿ ਇੱਦਾਂ ਦਾ ਇੱਕ ਸਮਾਜ ਬਣਾਈਏ ਕਿ ਪੂਰੀ ਦੁਨੀਆ ਇੱਕ ਗਲੋਬਲ ਵਿਲੇਜ ਬਣ ਜਾਏ, ਅਸੀਂ ਇਕੱਠੇ ਰਹੀਏ। ਸੋ ਇਸ ਤਰ੍ਹਾਂ ਦੀਆਂ ਸੋਚਾਂ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਸਮਾਜਿਕ ਜ਼ਰੂਰਤਾਂ ਨੇ ਉਹ ਵੀ ਆਉਣਗੀਆਂ, ਗੌਰਮੈਂਟਸ ਵੀ ਆਉਣਗੀਆਂ, ਏਰੀਆਜ਼ ਵੀ ਆਉਣਗੇ, ਜੀਓ ਇਕਨੋਮਿਕਸ, ਜੀਓ ਪੋਲੀਟਿਕਸ ਵੀ ਆਏਗਾ। ਕਾਫੀ ਉਲਝਣਾਂ ਨੇ, ਕਾਫੀ ਕੰਪਲੀਕੇਸ਼ਨਸ ਨੇ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਤਾਂ ਸਭ ਤੋਂ ਪਹਿਲਾਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਇੱਕ ਇਨਸਾਨ ਇਕੱਲਾ ਘਰ ਬੈਠਾ, ਉਹ ਖੁਸ਼ ਕਿਉਂ ਨਹੀਂ, ਉਦਾਸ ਕਿਉਂ ਨਹੀਂ? ਉਹ ਬੈਠਾ ਕਿਹਦੀ ਕੰਪਨੀ ਦੇ ਵਿੱਚ ਹੈ? ਆਪਣੀ ਕੰਪਨੀ ਦੇ ਵਿੱਚ ਬੈਠਾ ਨਾ, ਇਕੱਲਾ ਹੀ ਬੈਠਾ ਨਾ, ਆਪਣੀ ਸੰਗਤ ਦੇ ਵਿੱਚ ਬੈਠਾ ਨਾ। ਇਹਦਾ ਮਤਲਬ ਉਹਦਾ ਆਪਣਾ ਆਪ ਚੰਗਾ ਨਹੀਂ ਹੈ, ਇਸ ਕਰਕੇ ਉਹ ਆਪਣੇ ਆਪ ਤੋਂ ਹੀ ਖੁਸ਼ ਨਹੀਂ ਹੈ। ਇਕੱਲਾ ਬੈਠਾ ਵੀ ਉਦਾਸ ਹੈ। ਜਿਹੜਾ ਬੰਦਾ ਇਕੱਲਾ ਰਹਿ ਕੇ ਇਕੱਲਾ ਆਪਣੇ ਆਪ ਨਾਲ ਖੁਸ਼ ਰਹਿ ਸਕਦਾ ਹੈ, ਸਮਝ ਲਓ ਉਹ ਇਨਸਾਨ ਸਹੀ ਹੈ। ਉਹਨੇ ਆਪਣੇ ਉੱਤੇ ਕੰਮ ਕੀਤਾ ਹੋਇਆ, ਉਹਨੇ ਆਪਣੀ ਪਰਸਨੈਲਿਟੀ ਡਿਵੈਲਪ ਕੀਤੀ ਹੋਈ ਹੈ ਕਿ ਉਹ ਆਪਣੀ ਕੰਪਨੀ ਦੇ ਅੰਦਰ ਖੁਸ਼ ਰਹਿ ਸਕਦਾ, ਆਪਣੀ ਸੰਗਤ ਦੇ ਅੰਦਰ ਖੁਸ਼ ਰਹਿ ਸਕਦਾ। ਸੋ ਆਪਣੀ ਸੰਗਤ ਦੇ ਅੰਦਰ ਖੁਸ਼ ਰਹਿ ਕੇ ਆਪਣੀ ਸੰਗਤ ਨੂੰ, ਆਪਣੇ ਆਪ ਨੂੰ ਸੁਧਾਰ ਕੇ ਅਸੀਂ ਜੋ ਬਾਹਰ ਪ੍ਰੋਜੈਕਟ ਕਰਦੇ ਹਾਂ ਉਹ ਬਾਹਰ ਸਾਨੂੰ ਦਿਖਾਈ ਦਿੰਦਾ ਹੈ। ਜਿਹੜਾ ਬੰਦਾ ਆਪ ਆਪਣੇ ਉੱਤੇ ਕੰਮ ਕਰਦਾ ਹੈ ਉਹ ਵਾਕਈ ਆਪਣੇ ਘਰ ਨੂੰ ਵੀ ਸਹੀ ਬਣਾ ਸਕਦਾ ਹੈ। ਉਸ ਤੋਂ ਬਾਅਦ ਅਗਲੀ ਗੱਲ ਸਮਾਜ ਤੇ ਹੁੰਦੀ ਹੈ, ਦੇਸ਼ ਦੀ ਹੁੰਦੀ ਹੈ, ਲੰਬੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਪਰ ਕਹਾਣੀ ਸ਼ੁਰੂ
ਆਪਣੇ ਆਪ ਤੋਂ ਹੁੰਦੀ ਹੈ। ਜੋ ਅਸੀਂ ਬਾਹਰ ਸਾਰੀ ਦੁਨੀਆ ਦੇ ਵਿੱਚ ਗੜਬੜ ਦੇਖਦੇ ਪਏ ਆ ਨਾ, ਉਹ ਸਾਡੇ ਸਾਰਿਆਂ ਦੇ ਅੰਦਰ ਦੀ ਜਿਹੜੀ ਸਮੱਸਿਆ ਨਾ, ਉਹਦੀ ਬਾਹਰ ਪ੍ਰੋਜੈਕਸ਼ਨ ਹੋ ਰਹੀ ਹੈ। ਜੇ ਅਸੀਂ ਅੰਦਰੋਂ ਵਿਗੜੇ ਹੋਏ ਹਾਂ ਤਾਂ ਬਾਹਰੋਂ ਵੀ ਵਿਗੜੇ ਹੋਏ ਹਾਂ। ਬਾਹਰ ਦਾ ਸਾਰਾ ਸਮਾਜ ਵਿਗੜਿਆ ਹੋਇਆ। ਜੇ ਅਸੀਂ ਅੰਦਰੋਂ ਸਹੀ ਹਾਂ ਤਾਂ ਅਸੀਂ ਸਮਾਜ ਨੂੰ ਬਾਹਰ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ, ਕਿਉਂਕਿ ਅਸੀਂ ਆਪ ਅੰਦਰੋਂ ਸਹੀ ਹਾਂ। ਔਰ ਕਹਿੰਦੇ ਨੇ ਕਿ ਸਹੀ ਹੋਣਾ ਇਨਸਾਨ ਉਦੋਂ ਤੋਂ ਹੀ ਸ਼ੁਰੂ ਹੋ ਜਾਂਦਾ ਜਦੋਂ ਉਹ ਨਿੱਕਾ ਜਿਹਾ ਹੁੰਦਾ, ਜਦੋਂ ਉਹਨੂੰ ਬਚਪਨ ਤੋਂ ਹੀ ਸੰਸਕਾਰ ਦਿੱਤੇ ਜਾਂਦੇ ਨੇ। ਅਕਸਰ ਕਹਿੰਦੇ ਨੇ ਕਿ ਜਿਹੜਾ ਬੰਦਾ ਨਾ ਪੋਤੜਿਆਂ ਦੇ ਵਿੱਚ ਵਿਗੜ ਜਾਵੇ ਨਾ, ਉਹ ਬਾਹਰ ਫਿਰ ਪੈਂਟ ਪਾ ਕੇ ਵੀ ਨਹੀਂ ਸੁਧਰਦਾ, ਕਿਉਂਕਿ ਜਦੋਂ ਵੱਡਾ ਹੋ ਜਾਏਗਾ ਉਹਨੇ ਪੈਂਟ ਪਾਉਣੀ ਹੈ। ਪੋਤੜੇ ਉਦੋਂ ਪਾਏਗਾ, ਲੰਗੋਟੀਆਂ ਉਦੋਂ ਪਾਏਗਾ ਜਦੋਂ ਛੋਟਾ ਹੈ। ਜਦੋਂ ਲੰਗੋਟੀਆਂ 'ਚ ਹੀ ਬੰਦਾ ਵਿਗੜ ਜਾਏ ਨਾ, ਤਾਂ ਫਿਰ ਉਹ ਜਦੋਂ ਲੰਗੋਟੀ ਤੋਂ ਬਾਅਦ ਕੁੜਤਾ ਪਜਾਮਾ ਵੀ ਪਾਉਂਦਾ ਨਾ, ਵੱਡਾ ਹੋ ਕੇ ਪੈਂਟ ਸੂਟ ਵੀ ਪਾਉਂਦਾ, ਉਦੋਂ ਵੀ ਵਿਗੜਿਆ ਹੋਇਆ ਹੀ ਰਹਿੰਦਾ, ਕਿਉਂਕਿ ਸੰਸਕਾਰ ਉਹਨੂੰ ਸਹੀ ਨਹੀਂ ਮਿਲੇ, ਇਸ ਕਰਕੇ ਸ਼ੁਰੂ ਤੋਂ ਹੀ ਵਿਗੜਿਆ ਹੋਇਆ। ਸੋ ਬਚਪਨ ਕਿੱਦਾਂ ਦਾ ਹੋਣਾ ਚਾਹੀਦਾ, ਉਸ ਤੋਂ ਬਾਅਦ ਜਿਉਂ ਜਿਉਂ ਵੱਡਾ ਹੋਵੇ ਮਾਂ-ਬਾਪ ਉਹਦੇ ਉੱਤੇ ਨਜ਼ਰ ਰੱਖਣਗੇ ਕਿੱਦਾਂ ਸਾਡਾ ਬੱਚਾ ਡਿਵੈਲਪ ਕਰਦਾ ਪਿਆ, ਵਿਕਾਸ ਕਰਦਾ ਪਿਆ, ਔਰ ਅੱਗੇ ਜਾ ਕੇ ਕਿੱਦਾਂ ਦਾ ਇਨਸਾਨ ਬਣ ਕੇ ਉਹ ਸਾਹਮਣੇ ਆਉਂਦਾ ਹੈ, ਔਰ ਆਪਣੇ ਪਰਿਵਾਰ ਨੂੰ ਕਿੱਦਾਂ ਸਾਂਭਦਾ, ਆਪਣੇ ਆਪ ਨੂੰ ਕਿੱਦਾਂ ਸਾਂਭਦਾ, ਅਤੇ ਫਿਰ ਆਲੇ ਦੁਆਲੇ ਨੂੰ, ਆਪਣੇ ਸਮਾਜ ਨੂੰ ਕਿੱਦਾਂ ਸਾਂਭਦਾ। ਇਹ ਗੱਲਾਂ ਸੰਸਕਾਰ ਬਚਪਨ 'ਚ ਹੀ ਦਿੱਤੀਆਂ ਜਾਂਦੀਆਂ ਨੇ। ਔਰ ਇੱਥੇ ਜਿਹੜੀ ਕਮੀ ਆ ਜਾਂਦੀ ਹੈ ਨਾ, ਉਹੀ ਉਹ ਕਮੀ ਹੈ ਜੋ ਅਸੀਂ ਸਾਰੇ ਸੰਸਾਰ ਦੇ ਵਿੱਚ ਦੇਖਦੇ ਪਏ ਹਾਂ, ਗੜਬੜ ਹੈ, ਕਿਉਂਕਿ ਸਾਡੇ ਸੰਸਕਾਰਾਂ ਦੇ ਵਿੱਚ ਗੜਬੜ ਹੈ। ਸੋ ਇਹ ਜਿਹੜੀ ਗੜਬੜ ਹੈ, ਹੁਣ ਇਹਨੂੰ ਕਿੱਦਾਂ ਸੋਲਵ ਕਰਨਾ, ਕਿਵੇਂ ਨਜਿੱਠਣਾ ਹੈ, ਅਸੀਂ ਪੁਆਇੰਟ ਆਫ ਵਿਊ ਲਵਾਂਗੇ ਪੰਜਾਬ ਚਰਚਾ ਦੇ ਵਿੱਚ। ਪੰਜਾਬ ਦਾ ਜੋ ਪੰਜਾਬ ਦੇ ਵਿੱਚ ਗੜਬੜ ਹੈ, ਜਾਂ ਜੋ ਹਿੰਦੁਸਤਾਨ ਦੇ ਪੁਆਇੰਟ ਆਫ ਵਿਊ ਨਾਲ ਵੀ ਦੇਖ ਸਕਦੇ ਹਾਂ, ਉਹ ਵੀ ਜੋ ਗੜਬੜ ਹੈ ਉਹਦੇ ਨਾਲ ਕਿੱਦਾਂ ਨਜਿੱਠਿਆ ਜਾਵੇ, ਜਿਸ ਕਰਕੇ ਸਾਡੀ ਭਾਰਤ ਦੀ ਜਿਹੜੀ ਇਮੇਜ ਪੂਰੀ ਦੁਨੀਆ ਦੇ ਵਿੱਚ ਕੀ ਬਣਦੀ ਪਈ ਹੈ। ਕਿਉਂਕਿ ਅਸੀਂ ਆਪਣੇ ਆਪ ਬਾਰੇ ਕੀ ਸੋਚਦੇ ਹਾਂ ਉਹ ਇੱਕ ਵੱਖਰੀ ਗੱਲ ਹੈ, ਪੂਰੀ ਦੁਨੀਆ ਸਾਡੇ ਬਾਰੇ ਕੀ ਸੋਚਦੀ ਹੈ ਉਹ ਇੱਕ ਵੱਖਰੀ ਗੱਲ ਹੈ। ਪਰ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਪੂਰੀ ਦੁਨੀਆ ਦੇ ਵਿੱਚ ਉਜਾਗਰ ਹੁੰਦੀਆਂ ਨੇ ਕਿ ਭਾਰਤ ਦੇ ਅੰਦਰ ਮਾਹੌਲ ਕਿੱਦਾਂ ਦਾ ਬਣਿਆ ਹੋਇਆ ਹੈ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਪੰਜਾਬ ਚਰਚਾ ਦੇ ਵਿੱਚ। ਔਰ ਇਸ ਵਕਤ ਸਟੂਡੀਓਜ਼ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਪਵਨਦੀਪ ਸ਼ਰਮਾ, ਪੋਲੀਟੀਕਲ ਐਨਾਲਿਸਟ। ਪਵਨ ਜੀ, ਜੀ ਆਇਆਂ ਨੂੰ, ਬਹੁਤ-ਬਹੁਤ ਸਵਾਗਤ ਪੰਜਾਬ ਚਰਚਾ ਦੇ ਵਿੱਚ ਤੁਹਾਡਾ। ਧੰਨਵਾਦ ਸੰਜੀਵ ਜੀ, ਔਰ ਪੰਜਾਬ ਮੇਲ USA TV ਦੇਖ ਰਹੇ तमाम ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮਾਨ ਸਾਹਿਬ ਕਹਿੰਦੇ ਨੇ ਕਿ ਜੇ ਇੱਦਾਂ ਹੀ ਈਡੀ ਦੇ ਰੇਡਸ ਤੇ ਸੈਂਟਰਲ ਏਜੰਸੀਜ਼ ਦੇ ਰੇਡਸ ਹੁੰਦੇ ਰਹੇ ਤਾਂ ਇਹ ਕੰਮ ਕਿਵੇਂ ਚੱਲਣਾ ਹੈ। ਸਿਸੋਦੀਆ ਸਾਹਿਬ ਤੇ ਵੀ ਰੇਡ ਹੋ ਗਿਆ, ਆਮ ਆਦਮੀ ਪਾਰਟੀ ਨੂੰ ਵੀ ਚੱਕਰ 'ਚ ਪਾ ਲਿਆ। ਸੋ ਇਹ ਜੇ ਇੱਦਾਂ ਹੀ ਰੇਡਸ ਚੱਲਦੇ ਰਹੇ, ਲੁੱਕਆਊਟ ਨੋਟਿਸ ਵੀ ਹੋਏ ਨੇ, ਖੈਰ ਸਿਸੋਦੀਆ ਸਾਹਿਬ ਦੇ ਖਿਲਾਫ ਲੁੱਕਆਊਟ ਨੋਟਿਸ ਤਾਂ ਵਾਪਸ ਲੈ ਲਿਆ ਗਿਆ। ਬਾਕੀ ਉਹਨਾਂ ਦੀ ਗੱਲ ਠੀਕ ਹੈ, ਇਹ ਕੰਮ ਕਿੱਦਾਂ ਚੱਲੂਗਾ, ਕੰਮ ਕਿੱਦਾਂ ਹੋਊਗਾ, ਕਿਉਂਕਿ ਜੇ ਅਸੀਂ ਇਹ ਰੇਡਸ ਨੂੰ ਨਜਿੱਠਦੇ ਰਵਾਂਗੇ, ਕਦੀ ਈਡੀ ਆ ਗਈ ਤੇ ਕਦੀ CBI ਆ ਗਈ ਤੇ ਕਦੀ ਇਨਕਮ ਟੈਕਸ ਵਾਲੇ ਆ ਗਏ, ਤੇ ਫਿਰ ਇਹ ਕੰਮ ਵਾਕਈ ਕਿੱਦਾਂ ਚੱਲੂਗਾ। ਇਹ ਪਵਨ ਜੀ, ਤੁਹਾਡੀ ਕੀ ਰਾਏ ਬਣਦੀ ਹੈ? CM ਸਾਹਿਬ ਨਾਲ ਸਹਿਮਤ ਹੋ? ਦੇਖੋ, ਦੇਸ਼ ਦੇ ਵਿੱਚ ਵੱਖ-ਵੱਖ ਏਜੰਸੀਆਂ, ਉਹਨਾਂ ਦੇ ਵੱਖ-ਵੱਖ ਕੰਮ ਹੁੰਦੇ ਆ। ਜਿਸ ਤਰ੍ਹਾਂ CBI ਦੀ ਗੱਲ ਕਰੀਏ, ED ਇਨਫੋਰਸਮੈਂਟ ਡਾਇਰੈਕਟੋਰੇਟ ਦੀ ਗੱਲ ਕਰੀਏ, ਇਹਨਾਂ ਦੇ ਆਪੋ ਆਪਣੀਆਂ ਜਿਹੜੀਆਂ ਡਿਊਟੀਆਂ ਆਲਰੇਡੀ ਅਸਾਈਨਡ ਹੁੰਦੀਆਂ ਨੇ। ਇਹ ਏਜੰਸੀਆਂ ਹੀ ਕੁਝ ਇੱਦਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਬਣਾਈਆਂ ਗਈਆਂ ਹੁੰਦੀਆਂ। ਜਿੱਥੇ ਵੀ ਸਮੇਂ-ਸਮੇਂ ਦੀ ਸਰਕਾਰਾਂ, ਦੇਖੋ ਸਭ ਤੋਂ ਵੱਡੀ ਜਿਹੜੀ ਸਾਡੇ ਦੇਸ਼ ਦੀ ਤਰਾਸਦੀ ਹੈਗੀ, ਅਲਮੀਆ ਹੈਗਾ, ਇੱਕ ਧਾਰਨਾ ਵੀ ਜਿਹੜੀ ਆਮ ਆਵਾਮ ਦੇ ਵਿੱਚ ਬਣ ਗਈ ਹੈ ਕਿ ਜਿਹੜੀ ਕੇਂਦਰੀ ਏਜੰਸੀਆਂ ਹੁੰਦੀਆਂ ਉਹ ਕੇਂਦਰੀ ਸਰਕਾਰ ਦਾ ਤੋਤਾ ਹੁੰਦੀਆਂ ਨੇ। ਜਿਸ ਵੀ ਵਿਅਕਤੀ ਦੀ ਸਰਕਾਰ ਹੁੰਦੀ ਹੈ, ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਉਹਨਾਂ ਕੇਂਦਰੀ ਏਜੰਸੀਆਂ ਜਿਵੇਂ ED ਔਰ CBI ਹੈਗੀ ਆ, ਉਹਨੂੰ ਸਰਕਾਰ ਦੂਸਰੇ ਧਿਰਾਂ ਨੂੰ ਡਰਾਉਣ ਵਾਸਤੇ, ਦੂਸਰੇ ਧਿਰਾਂ ਨੂੰ ਝੁਕਾਉਣ ਵਾਸਤੇ, ਉਹਨਾਂ ਨੂੰ ਆਪਣੇ ਨਾਲ ਰਲਾਉਣ ਵਾਸਤੇ ਜਿਹੜਾ ਹੈ ਇਸ ਤਰ੍ਹਾਂ ਦੀਆਂ ਏਜੰਸੀ ਦਾ ਇਸਤੇਮਾਲ ਕਰਦੀ ਹੈ। ਸੋ ਇਸ ਕਰਕੇ ਇਹ ਆਰੋਪ ਜਿਹੜੇ ਹੈਗੇ ਏਜੰਸੀ ਦੇ ਉੱਤੇ ਸਮੇਂ-ਸਮੇਂ ਸਿਰ ਲੱਗਦੇ ਰਹਿੰਦੇ ਆ। ਲੋਕ ਸਮਝਦੇ ਆ ਕਿ ਜੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਆ, ਤੇ ਜੇ CBI ਕਿਸੇ ਲੀਡਰ ਜਾਂ ਅਫਸਰ ਦੇ ਉੱਤੇ ਰੇਡ ਕਰਦੀ ਹੈ, ਤੇ ਆਟੋਮੈਟਿਕਲੀ ਲੋਕ ਸਮਝਦੇ ਆ ਕਿ ਸ਼ਾਇਦ ਉਹ ਭਾਰਤੀ ਜਨਤਾ ਪਾਰਟੀ ਦਾ ਓਪੋਜ਼ ਕਰਦੇ ਨੇ, ਜਾਂ ਕੋਈ ਹੋਰ ਗੱਲ ਹੈਗੀ ਆ। ਭਾਰਤੀ ਜਨਤਾ ਪਾਰਟੀ ਦੀ ਮਨਸ਼ਾ ਜਿਹੜੀ ਆ ਉਹਨਾਂ ਲੀਡਰਾਂ ਜਾਂ ਅਫਸਰਾਂ ਨੂੰ ਸਿਰਫ ਨਿਚੋੜਨ ਦੀ ਹੈਗੀ ਆ, ਤੰਗ ਪਰੇਸ਼ਾਨ ਕਰਨ ਦੀ ਹੈਗੀ ਆ। ਪਰ ਅਲਟੀਮੇਟਲੀ ਦੇਖੋ, ਇੱਕ ਨਵਾਂ ਹੀ ਦੌਰ ਚੱਲ ਗਿਆ ਜਦੋਂ ਦਾ ਮੀਡੀਆ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈਗੀ ਆ, ਲੋਕ ਜਾਗਰੂਕ ਹੋ ਗਏ। ਤੁਸੀਂ ਦੇਖ ਸਕਦੇ ਹੋ, ਭਾਰਤ ਹੀ ਨਹੀਂ, ਪਾਕਿਸਤਾਨ ਵਰਗੇ ਦੇਸ਼ਾਂ ਦੇ ਵਿੱਚ ਵੀ ਔਰ ਹੋਰ ਵੀ ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਲੀਡਰਸ ਜਿਹੜੇ ਸਮੇਂ ਸਿਰ ਤਾਕਤ ਦੇ ਵਿੱਚ ਰਹੇ ਹੈਗੇ ਆ, ਇਕਤਦਾਰ ਦੇ ਵਿੱਚ ਰਹੇ ਹੈਗੇ ਆ, ਉਹਨਾਂ ਦੇ ਉੱਤੇ ਸਮੇਂ-ਸਮੇਂ ਸਿਰ ਰੇਡ ਹੋ ਰਹੀਆਂ, ਗ੍ਰਿਫਤਾਰੀਆਂ ਹੋ ਰਹੀਆਂ ਨੇ। ਔਰ ਜੇ ਅਸੀਂ ਪੰਜਾਬ ਦੀ ਵੀ ਗੱਲ ਕਰੀਏ, ਜਿੱਥੇ ਤੁਸੀਂ ਸਿਸੋਦੀਆ ਸਾਹਿਬ ਦੀ ਗੱਲ ਕੀਤੀ ਹੈ, ਦਿੱਲੀ ਦੇ ਵਿੱਚ ਉਹਨਾਂ ਦੇ ਉੱਪਰ ਵੀ ED ਦੀ ਰੇਡ ਹੋਈ। ਜਿਹੜੀ ਐਕਸਾਈਜ਼ ਐਂਡ ਟੈਕਸੇਸ਼ਨ ਪਾਲਿਸੀਜ਼ ਹੈਗੀਆਂ, ਜਿਹੜੀਆਂ ਲੀਗਰ ਦੀ ਪਾਲਿਸੀ ਹੈਗੀਆਂ, ਉਹਦੇ ਵਿੱਚ ਕਮੀਆਂ ਖਾਮੀਆਂ ਲੱਭਣ ਦੇ ਲਈ ਰੇਡ ਕੀਤੀ ਗਈ। ਉਹ ਕਿਹਾ ਗਿਆ, ਇਲਜ਼ਾਮ ਤਰਾਸ਼ੀ ਕੀਤੀ ਗਈ ਕਿ ਉਹਨਾਂ ਨੇ ਬਹੁਤ ਵੱਡਾ ਘੁਟਾਲਾ ਉਸ ਗੱਲ ਦੇ ਵਿੱਚ ਕੀਤਾ, ਔਰ ਉਹਨਾਂ ਲੋਕਾਂ ਨੂੰ, ਲਿਕਰ ਮਾਫੀਆ ਨੂੰ ਕਿਸ ਤਰ੍ਹਾਂ ਫਾਇਦਾ ਪਹੁੰਚਾਉਣਾ, ਇਸ ਨੀਤੀ ਤਹਿਤ ਉਹਨਾਂ ਨੇ ਕੰਮ ਕੀਤਾ। ਸੋ ਇਸ ਕਰਕੇ ED ਦੇ ਰੇਡ ਹੋਏ। ਚਲੋ ਜੇ ਹੋਏ ਆ ਤੇ ਮੀਡੀਆ ਟ੍ਰਾਇਲਸ ਵੀ ਹੁੰਦੇ ਆ, ਜੇ ਸਮੇਂ ਸਿਰ ਇਹ ਰੇਡ
ਹੁੰਦੀਆਂ ਨੇ, ਜਿਨ੍ਹਾਂ ਵਿੱਚੋਂ ਕੁਝ ਨਿਕਲ ਕੇ ਨਹੀਂ ਸਾਹਮਣੇ ਆਉਂਦਾ, ਕੋਰਟਸ ਦੇ ਵਿੱਚ ਕੋਈ ਚੀਜ਼ ਨਹੀਂ ਪ੍ਰੂਫ ਹੁੰਦੀ, ਤੇ ਉਹ ਸਾਫ਼ ਸੁਥਰੇ ਸਾਬਤ ਹੋ ਜਾਣਗੇ। ਇਸੇ ਤਰੀਕੇ ਨਾਲ ਭਗਵੰਤ ਸਿੰਘ ਮਾਨ ਹੋਰਾਂ ਨੂੰ ਫਿਰ ਜੇ ਇਹ ਮੈਥਡ ਕਹਿ ਰਹੇ ਨੇ ਉਹ, ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਦੇਖ ਲੈਣਾ ਚਾਹੀਦਾ। ਉਹ ਸਮੇਂ-ਸਮੇਂ ਸਿਰ ਵੱਖ-ਵੱਖ ਲੀਡਰਾਂ ਦੇ ਉੱਤੇ, ਚਾਹੇ ਉਹ ਕਾਂਗਰਸ ਪਾਰਟੀ ਦੇ ਹੋਣ, ਚਾਹੇ ਕਿਸੇ ਹੋਰ ਪਾਰਟੀ ਦੇ ਹੋਣ, ਉਹਨਾਂ ਦੇ ਉੱਤੇ ਰੇਡ ਕਰ ਰਹੇ ਆ। ਵਿਜੀਲੈਂਸ ਏਜੰਸੀਜ਼ ਜਿਹੜੀਆਂ ਬੜੀਆਂ ਐਕਟਿਵ ਹੋਈਆਂ, ਵਿਜੀਲੈਂਸ ਬਿਊਰੋ ਬਹੁਤ ਐਕਟਿਵ ਹੋਇਆ। ਈਵਨ ਤਾਂ ਇਹਨਾਂ ਨੇ ਆਪਣੇ ਆਪਦੇ ਮੰਤਰੀ ਹੈਲਥ ਮਿਨਿਸਟਰ ਜਿਹੜੇ ਸਿੰਗਲਾ ਸੀਗੇ, ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ। ਇਹ ਕਹਿ ਕੇ ਕਰਪਸ਼ਨ ਕੀਤੀ ਆ, ਜਦ ਕਿ ਉਹਨਾਂ ਦੀ ਕੋਈ ਵੀਡੀਓ, ਕੋਈ ਰਿਕਾਰਡਿੰਗ, ਕੋਈ ਟੇਪ, ਕੋਈ ਇਸ ਤਰ੍ਹਾਂ ਦੀ ਗੱਲ, ਕੋਈ ਫੋਨ ਕਨਵਰਸੇਸ਼ਨ, ਕੋਈ ਏਦਾਂ ਦੀ ਸਾਹਮਣੇ ਨਹੀਂ ਆਈ। ਔਰ ਕੋਰਟ ਨੇ ਵੀ ਸਰਕਾਰ ਨੂੰ ਫਟਕਾਰ ਲਾਈ ਕਿ ਜੇ ਤੁਹਾਡੇ ਕੋਲੋਂ ਪ੍ਰੂਫ ਕਰਨ ਲਈ ਕੋਈ ਅੱਛੇ ਵੈਲਿਡ ਪ੍ਰੂਫ ਜਾਂ ਆਧਾਰ ਨਹੀਂ ਹੈਗਾ, ਤੇ ਇਹਨਾਂ ਨੂੰ ਜਿਹੜਾ ਜ਼ਮਾਨਤ ਦੇਣੀ ਚਾਹੀਦੀ। ਇਹਨਾਂ ਨੂੰ ਫੜਿਆ ਕਿਸ ਬੇਸ ਤੇ ਆ? ਤੁਸੀਂ ਹੋਰ ਦੇਖ ਲਓ, ਹੁਣ ਕੱਲ ਭਾਰਤ ਭੂਸ਼ਣ ਆਸ਼ੂ ਨੂੰ ਫੜਿਆ ਗਿਆ ਵਿਜੀਲੈਂਸ ਬਿਊਰੋ ਵੱਲੋਂ। ਫਿਰ ਇਸੇ ਤਰੀਕੇ ਦੇ ਨਾਲ ਸੰਜੀਵ ਜੀ, ਰਾਜਨੀਤੀ ਇੱਕ ਅਜਿਹੀ ਚੀਜ਼ ਹੈਗੀ ਆ, ਲੀਡਰ ਇੱਕ ਦੂਜੇ ਦੇ ਉੱਤੇ ਆਰੋਪ ਪ੍ਰਤਿਆਰੋਪ ਲਾਉਂਦੇ ਹੀ ਹੁੰਦੇ ਆ, ਪਰ ਹਰ ਬੰਦਾ ਜਦੋਂ ਇਕਤਦਾਰ ਦੇ ਵਿੱਚ ਹੁੰਦਾ, ਤਾਕਤ ਦੇ ਵਿੱਚ ਹੁੰਦਾ, ਉਹ ਆਪਣੀ ਤਾਕਤ ਦਾ ਇਸਤੇਮਾਲ ਕਰਦਾ ਹੈ, ਕਿਸੇ ਨੂੰ ਦਬਾਉਣ ਲਈ, ਕਿਸੇ ਨੂੰ ਡਰਾਉਣ ਲਈ। ਸੋ ਇਸੇ ਤਹਿਤ ਹੀ ਜੇ ਹੁਣ ਵਿਜੇ ਸਿੰਗਲਾ ਹੋਣਾ ਦੀ ਜ਼ਮਾਨਤ ਹੋ ਗਈ, ਫਿਰ ਹੋਰ ਧਰਮਸੋਤ ਜਾਂ ਹੋਰ ਜਿਹੜੇ ਕਾਂਗਰਸੀ ਮਿਨਿਸਟਰ ਹੈਗੇ ਆ, ਉਹਨਾਂ ਦੇ ਉੱਤੇ ਵੀ ਗੱਲ ਚੱਲ ਰਹੀ ਹੈ। ਵਿਜੀਲੈਂਸ ਦਾ ਸ਼ਿਕੰਜਾ ਆ ਗਈ, ਘੁਟਾਲਾ ਹੋਇਆ, ਵੱਡਾ ਬਹੁ ਕਰੋੜੀ ਘੁਟਾਲਾ ਹੋਇਆ। ਭਾਰਤ ਭੂਸ਼ਣ ਆਸ਼ੂ ਤੇ 2000 ਕਰੋੜ ਦੇ ਘੁਟਾਲੇ ਦੀ ਗੱਲ ਹੋ ਰਹੀ ਹੈ। ਇਹ ਗੱਲ ਠੀਕ ਹੈ ਕਿ ਏਜੰਸੀਜ਼ ਦੀ ਜ਼ਿੰਮੇਵਾਰੀ ਬਣਦੀ ਹੈ। ਮੈਂ ਹਮੇਸ਼ਾ ਹੀ ਇਹ ਗੱਲ ਕਰਦਾ ਕਿ ਜਿਹੜੇ ਏਦਾਂ ਦੇ ਅਦਾਰੇ ਹੁੰਦੇ, ਉਹਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ। ਉਹਨਾਂ ਦੀ ਲਾਜ਼ਮ ਡਿਊਟੀ ਹੈ, ਉਹਨਾਂ ਦੇ ਉੱਤੇ ਇਹ ਚੀਜ਼ ਲਾਜ਼ਮੀ ਹੈਗੀ ਆ ਕਿ ਉਹ ਇਸ ਤੇ ਕ੍ਰਾਸ ਚੈੱਕਸ ਰੱਖਣ। ਸੋ ਇਸ ਕਰਕੇ ਜੇ ਕਿਸੇ ਲੀਡਰ ਨੇ ਕਰਪਸ਼ਨ ਕੀਤੀ ਹੈ, ਚਾਹੇ ਉਹ ਕੇਂਦਰੀ ਏਜੰਸੀਆਂ ਹੋਣ, ਚਾਹੇ ਪੰਜਾਬ ਦੀਆਂ ਏਜੰਸੀਆਂ ਹੋਣ, ਉਹਨਾਂ ਨੂੰ ਨਿਰਪੱਖਤਾ ਦੇ ਨਾਲ ਕੰਮ ਕਰਨਾ ਚਾਹੀਦਾ। ਔਰ ਉਸ ਤੋਂ ਵੀ ਇੰਪੋਰਟੈਂਟ ਗੱਲ ਇਹ ਹੈਗੀ ਆ ਕਿ ਜੇ ਖਾਲੀ ਉਹਨਾਂ ਨੂੰ ਫੜਨਾ ਹੀ ਨਹੀਂ ਚਾਹੀਦਾ, ਮੀਡੀਆ ਟ੍ਰਾਇਲ ਨਹੀਂ ਕਰਨੇ ਚਾਹੀਦੇ, ਉਹਨਾਂ ਨੂੰ ਕੋਰਟ ਦੇ ਵਿੱਚ ਕੈਫਰੇ ਕਿਰਦਾਰ ਤੱਕ ਵੀ ਲੈ ਕੇ ਜਾਣਾ ਚਾਹੀਦਾ, ਸਾਬਤ ਵੀ ਕਰਨਾ ਚਾਹੀਦਾ ਵਿਦ ਪ੍ਰੂਫਸ। ਐਗਜ਼ੈਕਟਲੀ। ਹਾਂ, ਉਹਨਾਂ ਨੇ ਏਦਾਂ ਦਾ ਘੁਟਾਲਾ ਕੀਤਾ ਔਰ ਲੋਕਾਂ ਦੇ ਸਾਹਮਣੇ ਸੱਚ ਦਾ ਸੱਚ ਔਰ ਦੁੱਧ ਦਾ ਦੁੱਧ, ਯੈਸ, ਪਾਣੀ ਦਾ ਪਾਣੀ ਐਗਜ਼ੈਕਟਲੀ। ਹੋਣਾ ਚਾਹੀਦਾ। ਇਹ ਵੈਲਿਡ ਪੁਆਇੰਟ ਹੈ ਤੁਹਾਡਾ ਕਿ ਪ੍ਰੂਫ ਵੀ ਤਾਂ ਕਰੋ। ਸਿਰਫ ਇਹ ਥੋੜਾ ਕਿ ਤੁਸੀਂ ਤਹਿਕੀਕਾਤ ਕੀਤੀ ਤੇ ਮਾਮਲਾ ਵਿੱਚ ਹੀ ਛੱਡ ਦਿੱਤਾ, ਪਤਾ ਹੀ ਨਹੀਂ ਲੱਗਾ ਉਹਦਾ ਬਣਿਆ ਕੀ। ਸਿਸੋਦੀਆ ਸਾਹਿਬ ਕਹਿੰਦੇ ਨੇ ਕਿ ਮੈਨੂੰ ਇਹ ਆਫਰ ਵੀ ਹੈ ਕਿ ਮੈਂ ਬੀਜੇਪੀ ਜੁਆਇਨ ਕਰ ਲਵਾਂਗਾ ਤੇ ਸਾਰੇ ਕੇਸਿਸ ਵਾਪਸ ਲੈ ਜਾਣਗੇ ਮੇਰੇ ਖਿਲਾਫ ਜੋ ਬਣਦੇ ਨੇ। ਖੈਰ, ਇਹ ਵੀ ਇੱਕ ਚੀਜ਼ ਹੈ। ਹੁਣ ਇਹਦਾ ਸਬੂਤ ਕੀ ਹੈ, ਇਹ ਵੀ ਲੋਕ ਮੰਗਣਗੇ ਕਿ ਤੁਸੀਂ ਇਹ ਗੱਲ ਖਾਲੀ ਇਲਜ਼ਾਮ ਲਗਾਉਣ ਲਈ ਕਹਿ ਰਹੇ ਹੋ ਜਾਂ ਵਾਕਈ ਇਹਦੇ ਵਿੱਚ ਕੋਈ ਸੱਚਾਈ ਹੈ। ਨੰਬਰ 1। ਨੰਬਰ 2, ਜਿਹਦੇ ਨਾਲ ਰਲਵੀਂ ਵਿਲਵੀਂ ਗੱਲ ਸੋਚੀਏ, ਬਿਲਕਿਸ ਬਾਨੋ ਕੇਸ ਦੇ ਵਿੱਚ 11 ਦੇ 11 ਆਰੋਪੀ ਜਿਹੜੇ ਨੇ, ਜਿਨ੍ਹਾਂ ਨੂੰ ਉਮਰ ਕੈਦ ਹੋਈ, ਉਹ ਵੀ ਰਿਹਾ ਕਰ ਦਿੱਤੇ ਗਏ ਨੇ। ਸੋ ਉਸ ਦੇ ਨਾਲ ਜੁੜਿਆ ਹੋਇਆ ਬੰਦੀ ਸਿੱਖਾਂ ਦਾ ਮਾਮਲਾ ਵੀ ਆਉਂਦਾ ਪਿਆ ਕਿ ਤੁਸੀਂ ਉਮਰ ਕੈਦ ਦੀ ਸਜ਼ਾ ਦੀ ਗੱਲ ਕਰਦੇ ਹੋ ਤੇ ਬੰਦੀ ਸਿੱਖ ਆਪਣਾ ਸਾਰਾ ਸਮਾਂ ਪੂਰਾ ਕੱਟ ਚੁੱਕੇ ਨੇ ਜੇਲ੍ਹ ਦੇ ਵਿੱਚ, ਉਹਨਾਂ ਨੂੰ ਰਿਹਾ ਕਰਨ ਬਾਰੇ ਕੀ ਸੋਚਦੇ ਪਏ ਹੋ? ਇਹ ਵੀ ਇੱਕ ਵਰਸਿਸ ਕੇਸ ਬਣਦਾ ਪਿਆ। ਦੂਜੀ ਗੱਲ ਇਹ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਜੋ ਪੋਲੀਟੀਕਲ ਮਾਹੌਲ ਬਣਦਾ ਪਿਆ, ਔਰ ਅਕਸਰ ਤੁਸੀਂ ਵੀ ਆਪਣੀ ਗੱਲ 'ਚ ਇਹ ਗੱਲ ਦਾ ਜ਼ਿਕਰ ਕੀਤਾ ਕਿ ਅਕਸਰ ਅਸੀਂ ਇਹ ਗੱਲਾਂ ਸੁਣਦੇ ਹਾਂ, ਐਕਸਪਰਟਸ ਦੇ ਮੂੰਹੋਂ ਵੀ ਸੁਣਦੇ ਹਾਂ ਕਿ ਇਹਨਾਂ ਏਜੰਸੀਜ਼ ਦਾ ਇਸਤੇਮਾਲ ਕਰਦੀਆਂ ਨੇ ਪੋਲੀਟੀਕਲ ਪਾਰਟੀਜ਼ ਆਪਣੀ ਪੋਲੀਟੀਕਲ ਮਾਈਲੇਜ ਵਾਸਤੇ, ਆਪਣੇ ਪੋਲੀਟੀਕਲ ਪਰਪਸ ਸੋਲਵ ਕਰਨ ਵਾਸਤੇ। ਅਸੀਂ ਸਾਰੇ ਜਾਣਦੇ ਹਾਂ, ਜੋ ਇਹ ਸਾਰੇ ਐਕਸਪਰਟਸ ਦੀ ਰਾਏ ਬਣਦੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਹੁੰਦੀ ਹੈ, ਉਹਦੇ ਕੁਝ ਆਫੀਸਰ ਸਾਹਿਬਾਨ ਹੁੰਦੇ ਨੇ ਜਿਹੜੇ ਬਿਊਰੋਕ੍ਰੇਸੀ ਨੂੰ ਹੈਂਡਲ ਕਰਦੇ ਨੇ, ਤੇ ਉਹਨਾਂ ਦੇ ਕੁਝ ਦੋਸਤ ਹੁੰਦੇ ਨੇ ਜੋ ਬਿਜ਼ਨਸਮੈਨ ਹੁੰਦੇ ਨੇ, ਜੋ ਉਹਨਾਂ ਦੀ ਪਾਰਟੀ ਨੂੰ ਫੰਡ ਕਰਦੇ ਨੇ, ਪੈਸਾ ਦਿੰਦੇ ਨੇ, ਸਪਾਂਸਰਸ਼ਿਪਸ ਦਿੰਦੇ ਨੇ। ਇਹ ਸਾਰਾ ਇੱਕ ਗਰੁੱਪ ਬਣਿਆ ਹੁੰਦਾ ਜੋ ਮਿਲ ਕੇ ਪੂਰੀ ਸਟੇਟ ਨੂੰ ਚਲਾਉਂਦਾ ਜਾਂ ਪੂਰੇ ਦੇਸ਼ ਨੂੰ ਚਲਾਉਂਦਾ ਹੈ, ਤੇ ਆਮ ਪਬਲਿਕ ਵਾਸਤੇ ਗੱਲਾਂ ਜ਼ਿਆਦਾ ਹੁੰਦੀਆਂ ਨੇ, ਕੰਮ ਘੱਟ ਹੁੰਦਾ ਹੈ। ਇਜ਼ ਇਟ ਰਾਈਟ ਸਰ? ਬਿਲਕੁਲ ਸਹੀ ਗੱਲ ਹੈਗੀ ਆ। ਜਦੋਂ ਵੀ ਰਾਜਨੀਤੀ ਦੇ ਵਿੱਚ ਕੋਈ ਵਿਅਕਤੀ ਪੈਰ ਧਰਦਾ ਹੈਗਾ ਤੇ ਉਹਨੂੰ ਸਾਰੀਆਂ ਮੁਸ਼ਕਲਾਤਾਂ ਨੂੰ ਫੇਸ ਕਰਨਾ ਹੀ ਪੈਂਦਾ ਹੈ, ਸਾਰੇ ਹਾਲਾਤਾਂ ਨੂੰ ਦੇਖਣਾ ਪੈਂਦਾ ਹੈ। ਬਹੁਤ ਸਾਰੇ ਲੀਡਰ ਸੰਜੀਵ ਜੀ, ਜ਼ਰੂਰੀ ਨਹੀਂ, ਦੇਖੋ ਹਰ ਮਾਫੀਆ ਅਜੇ ਵੀ ਚੱਲ ਰਿਹਾ, ਪਹਿਲਾਂ ਵੀ ਚੱਲਦਾ ਸੀਗਾ। ਜੇ ਉਹ ਮਾਫੀਆ ਚੱਲ ਰਿਹਾ ਤੇ ਚਲਾ ਕੌਣ ਰਿਹਾ? ਤੇ ਜੇ ਕੋਈ ਚਲਾ ਰਿਹਾ ਤੇ ਉਹਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ? ਤੁਸੀਂ ਨਸ਼ੇ ਦੇ ਮਾਮਲੇ ਤੇ ਗੱਲ ਕਰ ਲਓ। ਪੰਜਾਬ ਦੇ ਵਿੱਚ ਅੱਜ ਨਸ਼ਾ ਅੱਜ ਵੀ ਵਿਕ ਰਿਹਾ। ਜੇ ਰੋਕਿਆ ਨਹੀਂ ਜਾ ਰਿਹਾ ਤੇ ਕੌਣ ਉਸਨੂੰ ਵਿਕਾ ਰਿਹਾ? ਜੇ ਵਿਕਾ ਰਿਹਾ ਤੇ ਉਸਦਾ ਫਾਇਦਾ ਕਿਸ ਨੂੰ ਹੋ ਰਿਹਾ? ਏਦਾਂ ਹੀ ਮਾਈਨਿੰਗ ਮਾਫੀਆ ਦੀ ਗੱਲ ਲਾ ਲਓ, ਏਦਾਂ ਹੀ ਸਾਰੇ ਮਾਫੀਆਸ ਦੀ ਗੱਲ ਲਾ ਲਓ। ਜਦੋਂ ਕੋਈ ਇਕਤਦਾਰ ਦੇ ਵਿੱਚ ਆਉਂਦਾ ਆ, ਤਾਕਤ ਤੋਂ ਪਹਿਲਾਂ, ਸਰਕਾਰ ਬਣਨ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਲੁਭਾਵਨੇ ਕਰਦੇ ਆ, ਵੱਡੇ-ਵੱਡੇ ਖੁਆਬ ਲੋਕਾਂ ਨੂੰ ਦਿਖਾਉਂਦੇ ਆ, ਅਸੀਂ ਆਹ ਵੀ ਬੰਦ ਕਰਾਂਗੇ, ਉਹ ਵੀ ਕਰ ਦਿਆਂਗੇ, ਆਹ ਵੀ ਕਰ ਦਿਆਂਗੇ। ਪਰ ਜਦੋਂ ਉਹੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਆ, ਬਹੁਤ ਸਾਰੇ ਲੋਕਾਂ ਨੂੰ ਗੱਲਾਂ ਦੱਸਦੀ ਹੈ। ਜਦੋਂ ਉਹੀ ਤਾਕਤ ਦੇ ਵਿੱਚ ਆ ਜਾਂਦੀ ਹੈ, ਇਕਤਦਾਰ ਦੇ ਵਿੱਚ ਆ ਜਾਂਦੀ ਹੈ, ਤੇ ਫਿਰ ਉਹ ਵੀ ਉਹੀ ਕੰਮ ਕਰਨੇ ਸ਼ੁਰੂ ਕਰ ਦਿੰਦੇ ਜਿਹੜੀਆਂ ਪਹਿਲੀਆਂ ਪਾਰਟੀਆਂ ਕਰਦੀਆਂ ਹੁੰਦੀਆਂ ਸੀ। ਤੁਸੀਂ ਹੁਣ ਦੇਖ ਸਕਦੇ ਹੋ ਐਡਵਰਟਾਈਜ਼ਮੈਂਟਸ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਗਵਰਨਮੈਂਟ ਮੈਂ ਅਡਾਪਟ ਕੀਤਾ ਕਿ ਕਿੰਨੀਆਂ ਹੀ ਅਖਬਾਰਾਂ ਦੇ ਵਿੱਚ ਉਹਨਾਂ ਨੇ ਐਡਵਰਟਾਈਜ਼ਮੈਂਟ ਦਿੱਤੀ, ਜਿਨ੍ਹਾਂ ਦੀ ਸ਼ਕਲ ਐਡਵਰਟਾਈਜ਼ਮੈਂਟ ਦੀ ਇਸ਼ਤਿਹਾਰਾਂ ਵਾਲੀ ਨਹੀਂ ਸੀਗੀ। ਉਹਨਾਂ ਨੂੰ
ਭੁਲੇਖਾ ਪਾਉਣ ਲਈ ਲੋਕਾਂ ਨੂੰ ਖਬਰ ਰੂਪੀ ਇਸ਼ਤਿਹਾਰ ਦਿੱਤੇ, ਖਬਰਾਂ ਬਣਾ ਕੇ ਦਿੱਤੀਆਂ ਕਿ Yeah. ਲੋਕ ਸਮਝਣ ਸ਼ਾਇਦ ਇਹ ਖਬਰ ਲੱਗੀ ਹੈ, ਪਰ ਉਹ ਇਸ਼ਤਿਹਾਰ ਸੀ। ਲੱਖਾਂ ਕਰੋੜਾਂ ਰੁਪਏ ਦੇ ਉੱਤੇ ਖਰਚ ਕਰ ਦਿੱਤੇ। ਤੁਸੀਂ ਆਪੇ ਹੀ ਸਮਝ ਲਓ ਕੀ ਫਿਰ ਮੈਂਟੈਲਿਟੀ ਹੋਊਗੀ, ਕੀ ਇੰਟੈਂਸ਼ਨ ਹੋਣਗੀਆਂ ਇਹਨਾਂ ਲੀਡਰਾਂ ਦੀਆਂ, ਇਹਨਾਂ ਸਰਕਾਰਾਂ ਦੀਆਂ, ਜਿਹੜੇ ਪਹਿਲਾਂ ਕਹਿੰਦੇ ਸੀ ਕਿ ਅਸੀਂ ਜਨਤਾ ਦਾ ਪੈਸਾ ਬਰਬਾਦ ਨਹੀਂ ਕਰਾਂਗੇ। ਹੁਣ ਇਸ ਤਰ੍ਹਾਂ ਦੇ ਇਸ਼ਤਿਹਾਰ ਦੇ ਰਹੇ ਜਿਹੜੇ ਲੋਕਾਂ ਨੂੰ ਪੜ੍ਹਨ ਦੇ ਵਿੱਚ ਤੇ ਖਬਰ ਲੱਗਣ ਤੇ ਸਾਈਡ ਤੇ ਬਰੀਕ ਲਿਖਿਆ ਹੁੰਦਾ ਕਿ ਇਸ਼ਤਿਹਾਰ ਹੈਗਾ, ਐਡਵਰਟਾਈਜ਼ਮੈਂਟ ਹੈਗੀ ਆ। ਪਵਨ ਜੀ, ਏਦਾਂ ਦੇ ਹੀ ਕੰਮ ਕਰ ਰਹੇ ਹੁੰਦੇ। ਸੋ ਤੁਸੀਂ ਜਿਹੜੀ ਉਹਦਾ ਇੱਕ ਸਿਸਟਮ ਹੁੰਦਾ ਹੈ ਕਿ ਜਦੋਂ ਤੁਸੀਂ ਐਡਵਰਟਾਈਜ਼ਮੈਂਟ ਦਿੰਦੇ ਹੋ ਤਾਂ ਉਹ ਜ਼ਿਆਦਾ ਪੈਸਾ ਲੱਗਦਾ ਹੈ। ਜਦੋਂ ਇੱਕ ਫੀਚਰ ਦੇ ਰੂਪ ਦੇ ਵਿੱਚ, ਇੱਕ ਨਿਊਜ਼ ਦੇ ਰੂਪ ਦੇ ਵਿੱਚ ਉਹਨੂੰ ਰਿਲੀਜ਼ ਕਰਦੇ ਹੋ ਤਾਂ ਖਰਚਾ ਘਟ ਜਾਂਦਾ ਹੈ, ਲੇਕਿਨ ਪਰਪਸ ਉਹੀ ਰਹਿੰਦਾ ਕਿ ਤੁਹਾਡੀ ਪਬਲਿਸਿਟੀ। ਦੇਖੋ ਤੁਸੀਂ ਠੀਕ ਗੱਲ ਕਹਿ ਰਹੇ ਹੈਗੇ ਹੋ, ਪਰ ਜਦੋਂ ਕੋਡ ਆਫ ਕੰਡਕਟ ਲੱਗਾ ਹੁੰਦਾ ਇਹਨਾਂ ਕਾਈਂਡ ਆਫ ਸੰਜੀਵ ਜੀ ਸਿੱਧਾ ਪੇਡ ਨਿਊਜ਼ ਦੇ ਜ਼ੁਮਰੇ ਦੇ ਵਿੱਚ ਗੱਲ ਆਉਂਦੀ ਹੈ। ਜਦੋਂ ਚੋਣ ਜਾਬਤਾ ਲੱਗਾ ਹੋਵੇ ਤੇ ਇਹ ਦਰਜ ਕੀਤਾ ਜਾਂਦਾ, ਜੇ ਇਹ ਗੱਲ ਸਮਝ ਆਉਂਦੀ ਹੈ ਕਿ ਪੇਡ ਨਿਊਜ਼ ਹੈਗੀ ਆ ਚੋਣ ਜਾਬਤੇ ਵਿੱਚ, ਕੋਡ ਆਫ ਕੰਡਕਟ ਦੇ ਵਿੱਚ, ਤੇ ਫਿਰ ਸਰਕਾਰ ਜੇ ਕੋਡ ਆਫ ਕੰਡਕਟ ਅਜੇ ਨਹੀਂ ਲੱਗਾ ਤੇ ਸਰਕਾਰ ਆਪਣੇ ਰੂਟੀਨ ਦੇ ਵਿੱਚ ਇਦਾਂ ਦੀ ਕਾਰਵਾਈਆਂ ਨੂੰ ਸਰੰਜਾਮ ਦੇ ਰਹੀ ਹੈ, ਤੇ ਤੁਸੀਂ ਫਿਰ ਸਮਝ ਲਓ ਕਿ ਇਹਨਾਂ ਦੀ ਇੰਟੈਂਸ਼ਨ ਕੀ ਹੋਊਗੀ, ਕਿਸ ਤਰ੍ਹਾਂ ਇਹ ਪੈਸੇ ਪਬਲਿਕ ਤੇ ਕਿਸ ਤਰ੍ਹਾਂ ਵਹਾ ਰਹੇ ਆ, ਕਿਸ ਤਰ੍ਹਾਂ ਵੇਸਟੇਜ ਕਰ ਰਹੇ ਆ। ਜਿਹੜੇ ਇਹ ਲੋਕਾਂ ਨੂੰ ਪਹਿਲਾਂ ਗੱਲਾਂ ਕਰਦੇ ਸੀ ਕਿ ਆਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ, ਫਿਰ ਇਹਨਾਂ ਲੋਕਾਂ ਨੇ ਹੀ ਆਪਣੇ ਸਾਰੇ ਸਿਸਟਮ ਬਣਾਏ ਆ, ਉਸੇ ਤਰੀਕੇ ਦੇ ਨਾਲ ਗੱਲ ਚੱਲਦੀ ਹੈ। ਸੋ ਮੈਂ ਇਹ ਸਮਝਦਾ ਕਿ ਸਰਕਾਰ ਕਿਸੇ ਦੀ ਵੀ ਹੋਵੇ, ਗੱਲ ਤੇ ਇੰਨੀ ਆ ਕਿ ਆਮ ਜਨਤਾ ਨੂੰ ਕਿਸੇ ਤਰ੍ਹਾਂ ਦਾ ਰਿਲੀਫ ਮਿਲੇ, ਔਨ ਗਰਾਊਂਡ ਰਿਲੀਫ ਮਿਲੇ। ਜੇ ਤੁਸੀਂ ਮੁਹੱਲਾ ਕਲੀਨਿਕ ਦੀ ਗੱਲ ਕਰ ਲਈ, ਤੁਸੀਂ ਦੇਖ ਲਓ ਕਿ ਬਹੁਤ ਸਾਰੇ ਡਾਕਟਰਸ ਨੇ ਜਿਹੜਾ ਰੀਸੈਂਟਲੀ ਅਸਤੀਫੇ ਵੀ ਦੇ ਦਿੱਤੇ। ਮੈਂ ਤੇ ਦੇਖਿਆ ਇੱਕ ਨਿਊਜ਼ ਦੇ ਵਿੱਚ ਪੜ੍ਹਿਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮੁਹੱਲਾ ਕਲੀਨਿਕ ਦੇ ਵਿੱਚ ਏਸੀ ਦੀਆਂ ਪਾਈਪਸ ਹੀ ਚੋਰੀਆਂ ਹੋ ਗਈਆਂ, ਤੇ ਉਹਨਾਂ ਦੀ ਸੇਫਟੀ ਸਿਕਿਉਰਿਟੀ ਕੋਈ ਨਹੀਂ ਹੈਗੀ ਉੱਥੇ। ਨਵੇਂ ਡਾਕਟਰਸ ਜਿਹੜੇ ਉੱਥੇ ਅਪਾਇੰਟ ਕੀਤੇ ਗਏ, ਉਹਨਾਂ ਨੂੰ ਉਹਨਾਂ ਤਜਰਬਾ ਨਾ ਹੋਣਾ। ਫਿਰ ਉਸ ਤੋਂ ਵੀ ਵੱਡੀ ਗੱਲ, ਜਿਸ ਤਰ੍ਹਾਂ ਪਿਛਲੇ ਸਮੇਂ 'ਚ ਵਾਈਸ ਚਾਂਸਲਰ ਨੇ ਅਸਤੀਫਾ ਦੇ ਦਿੱਤਾ ਸੀ, ਜਿਹੜਾ ਹੈਲਥ ਮਿਨਿਸਟਰ ਦੇ ਨਾਲ ਕੰਟਰੋਵਰਸੀ ਹੋਈ, ਔਰ ਪੰਜਾਬ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਹੈਲਥ ਇਨਫਰਾਸਟ੍ਰਕਚਰ ਤੇ ਅੱਗੇ ਹੀ ਬਹੁਤ ਵੱਡੇ ਲੈਵਲ ਤੇ ਪੰਜਾਬ ਕੋਲ ਹੈਗਾ, ਪਰ ਸਪੈਸ਼ਲਿਸਟ ਡਾਕਟਰਸ ਉਹਨਾਂ ਕੋਲ ਅਵੇਲੇਬਲ ਨਹੀਂ ਹੈਗੇ। ਜੇ ਉਹ ਏਦਾਂ ਦਾ ਮਾਹੌਲ ਬਣਾਉਣਗੇ ਕਿ ਕੋਈ ਵੀ ਜਣਾ ਖਣਾ ਉੱਠ ਕੇ ਡਾਕਟਰਸ ਨੂੰ ਧਮਕਾਊਗਾ, ਕੋਈ ਵੀ ਇਹਨਾਂ ਦਾ ਗਲੀ ਦਾ ਵਾਰਡ ਦਾ ਪ੍ਰਧਾਨ ਜਾ ਕੇ ਡਾਕਟਰ ਨੂੰ ਪੜ੍ਹਾਉਣਾ ਸ਼ੁਰੂ ਕਰ ਦੂਗਾ, ਤੇ ਫਿਰ ਸਾਡੇ ਸਪੈਸ਼ਲਿਸਟ ਡਾਕਟਰ ਜਿਹੜੇ ਬੜੇ ਵੱਡੇ ਐਜੂਕੇਸ਼ਨ ਸਿਸਟਮ ਦੇ ਵਿੱਚੋਂ, ਅਦਾਰਿਆਂ ਦੇ ਵਿੱਚੋਂ ਲੰਘ ਕੇ ਪੜ੍ਹ ਲਿਖ ਕੇ ਮਿਹਨਤ ਕਰਕੇ ਅੱਗੇ ਆਏ ਹੁੰਦੇ ਆ, ਉਹਨਾਂ ਦੇ ਡਿਕੋਰਮ ਨੂੰ ਮੱਦੇਨਜ਼ਰ ਨਹੀਂ ਰੱਖਿਆ ਜਾਊਗਾ ਤੇ ਫਿਰ ਕੌਣ ਇਹਨਾਂ ਦੇ ਨਾਲ ਲੱਗਣਾ ਜਿਹੜਾ ਉਹ ਪਸੰਦ ਕਰੂਗਾ। ਸੋ ਇਸੇ ਤਰੀਕੇ ਦੇ ਨਾਲ ਸੰਜੀਵ ਜੀ, ਉਹ ਕਹਿੰਦੇ ਹਾਥੀ ਦੇ ਦੰਦ ਖਾਣ ਲਈ ਹੋਰ, ਵਿਖਾਣ ਲਈ ਹੋਰ, ਇਹਨਾਂ ਲੀਡਰਾਂ ਨੇ ਇਲੈਕਸ਼ਨਾਂ ਦੇ ਵਿੱਚ ਕਿੰਨੇ ਪੈਸੇ ਖਰਚੇ, ਸ਼ਰਾਬਾਂ ਚੱਲਦੀਆਂ ਇਲੈਕਸ਼ਨਾਂ ਦੇ ਵਿੱਚ, ਵੋਟ ਖਰੀਦੇ ਜਾਂਦੇ ਆ, ਹਰ ਚੀਜ਼ ਜਿਹੜੀ ਆ ਸਾਮ ਦਾਮ ਦੰਡ ਭੇਦ ਇਲੈਕਸ਼ਨਾਂ ਦੇ ਵਿੱਚ ਚਲਾਇਆ ਜਾਂਦਾ। ਉਦੋਂ ਇਹ ਲੀਡਰ ਕਿੱਥੇ ਜਾਂਦੇ? ਤੁਸੀਂ ਮੈਨੂੰ ਦੱਸੋ, ਟ੍ਰੈਫਿਕ ਰੂਲਸ ਦੀ ਗੱਲ ਕਰਦੇ ਆ ਸੰਜੀਵ ਜੀ ਕਿ ਜੀ ਆ ਸਖਤੀ ਕਰਾਂਗੇ ਜੀ, ਕੋਈ ਬੰਦਾ ਜੀ ਹੈਲਮਟ ਨਹੀਂ ਪਾਏਗਾ ਇੰਨਾ ਫਾਈਨ ਜੀ, ਫੋਨ ਤੇ ਗੱਲ ਕਰਦਾ ਹੈਗਾ ਵਾਈਲ ਡਰਾਈਵਿੰਗ ਹੈ ਇੰਨਾ ਫਾਈਨ ਜੀ। ਤੁਸੀਂ ਮੈਨੂੰ ਦੱਸੋ, ਜਦੋਂ ਇਲੈਕਸ਼ਨ ਦਾ ਦੌਰ ਆਉਂਦਾ, ਟਰਾਲੀਆਂ ਦੇ ਉੱਤੇ, ਬੱਸਾਂ ਦੀਆਂ ਛੱਤਾਂ ਤੇ ਬਹਿ ਕੇ ਲੋਕ ਰੈਲੀਆਂ ਤੇ ਜਾਂਦੇ, ਉਦੋਂ ਟ੍ਰੈਫਿਕ ਰੂਲਸ ਕਿੱਥੇ ਜਾਂਦੇ? ਉਦੋਂ ਫਿਰ ਵੱਡਾ ਲੀਡਰ ਵੀ ਇੱਕ ਬਾਈਕ ਤੇ 3-3 4-4 ਬੰਦੇ ਬਿਠਾ ਕੇ, ਹਜ਼ਾਰਾਂ ਹੀ ਬਾਈਕਸ ਨਾਲ ਲੈ ਕੇ ਰੈਲੀਆਂ ਕੱਢਦੇ, ਉਦੋਂ ਟ੍ਰੈਫਿਕ ਰੂਲਸ ਨਹੀਂ ਹੁੰਦੇ। ਉਦੋਂ ਟ੍ਰੈਫਿਕ ਰੂਲਸ ਕਿੱਥੇ ਜਾਂਦੇ? ਔਰ ਲੋਕਾਂ ਨੂੰ ਫਾਈਨ ਕਰਦੇ ਆ। ਤੇ ਆਮ ਇੱਕ ਗੱਲ ਬਣੀ ਆ, ਸੋਸ਼ਲ ਮੀਡੀਆ ਤੇ ਵੀ ਬੜੀ ਪ੍ਰਵੇਲ ਕਰਦੀ ਆ ਕਿ ਜੇ ਲੋਕਾਂ ਨੂੰ ਇਹਨਾਂ ਗੱਲਾਂ ਲਈ ਫਾਈਨ ਆ, ਤੇ ਫਿਰ ਜਿਹੜੀਆਂ ਸੜਕਾਂ ਟੁੱਟਦੀਆਂ, ਲੋਕ ਜਾ ਕੇ ਡਿੱਗਦੇ ਆ, ਕਿਸੇ ਦੀ ਲੱਤ ਬਾਂਹ ਟੁੱਟਦੀ ਆ, ਉਦੋਂ ਸਰਕਾਰ ਨੂੰ ਫਾਈਨ ਕਿਉਂ ਨਹੀਂ ਹੁੰਦਾ ਫਿਰ? ਸੋ ਇਸ ਕਰਕੇ ਸੰਜੀਵ ਜੀ, ਇਹ ਸਾਰੀਆਂ ਗੱਲਾਂ ਰਾਜਨੀਤੀ ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਹੋਰ ਹੁੰਦੀਆਂ ਨੇ, ਸਰਕਾਰ ਜਦੋਂ ਬਣ ਜਾਂਦੀ ਉਸ ਤੋਂ ਬਾਅਦ ਕੋਈ ਹੋਰ ਹੁੰਦੀਆਂ ਨੇ। ਇਸ ਕਰਕੇ ਇਹ ਜਿਹੜੇ ਕੰਮ ਹੁਣ ਇਸ ਵੇਲੇ ਦੀ ਸਰਕਾਰ ਕਰ ਰਹੀ ਹੈ, ਇਹ ਆਰੋਪ ਪ੍ਰਤਿਆਰੋਪ, ਕੇਂਦਰ ਦੇ ਵਿੱਚ ਜੇ ਭਾਜਪਾ ਦੀ ਸਰਕਾਰ ਹੈ ਤੇ ਦਿੱਲੀ ਦੇ ਵਿੱਚ ਦੇਖੋ ਉਹਨਾਂ ਦੇ ਆਰੋਪ ਪ੍ਰਤਿਆਰੋਪ ਹੋ ਰਹੇ ਨੇ ਜੀ, ਉਹ ਸਾਨੂੰ ਤੰਗ ਕਰ ਰਹੇ ਨੇ, ਉਹ ਕਹਿ ਰਹੇ ਨੇ ਜੀ ਇਹਨਾਂ ਨੇ ਈਡੀ ਦੇ ਵਿੱਚ ਕੋਈ ਕਾਲਾ ਮਾਲਾ ਕੀਤਾ ਹੈਗਾ, ਪੈਸਿਆਂ ਦੀ ਲੁੱਟ ਕੀਤੀ ਆ, ਕਿਸੇ ਗਲਤ ਬੰਦੇ ਨੂੰ ਫਾਇਦਾ ਚੁਕਾਇਆ। ਔਰ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜੀ ਕੇਜਰੀਵਾਲ ਸਰਕਾਰ, ਨਿਊਯਾਰਕ ਟਾਈਮਜ਼ ਅਮਰੀਕਾ ਦਾ ਜਿਹੜਾ ਨਿਊਜ਼ਪੇਪਰ ਹੈਗਾ, ਉਹਦੇ ਵਿੱਚ ਫਰੰਟ ਪੇਜ ਤੇ ਨਿਊਜ਼ ਲੱਗੇ ਦੀ ਗੱਲ ਕਰਦੇ ਆ। ਕਈਆਂ ਨੇ ਤੇ ਇਹ ਵੀ ਆਰੋਪ ਲਾਇਆ ਕਿ ਉਹ ਫਰੰਟ ਪੇਜ ਤੇ ਖਬਰ ਹੈ ਹੀ ਨਹੀਂ ਸੀ, ਉਹ 5ਵੇਂ ਨੰਬਰ ਦੇ ਉੱਤੇ ਸੀਗੀ। ਔਰ ਕਈ ਇਹ ਵੀ ਕਹਿੰਦੇ ਨੇ ਕਿ ਉਹ ਪੇਡ ਨਿਊਜ਼ ਸੀਗੀ, ਪੈਸੇ ਦੇ ਕੇ ਉਹ ਖਬਰ ਲਵਾਈ ਗਈ ਸੀ, ਇਸ਼ਤਿਹਾਰ ਦਿੱਤਾ ਗਿਆ ਸੀ। ਸੋ ਇਸ ਕਰਕੇ ਕ੍ਰੈਡੀਬਿਲਿਟੀ ਜਿਹੜੀ ਲੀਡਰਾਂ ਦੀ ਇਹਨਾਂ ਗੱਲਾਂ ਦੇ ਨਾਲ ਘਟਦੀ ਆ। ਉੱਥੇ ਜੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਦੇ ਆਰੋਪ ਲਾ ਰਹੀ ਹੈ, ਤੇ ਇੱਥੇ ਵੀ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹੜਾ ਇਸ ਤਰ੍ਹਾਂ ਦਾ ਦੱਸਿਆ ਗਿਆ ਸੀ ਕਰਪਸ਼ਨ ਬਰਦਾਸ਼ਤ ਨਹੀਂ ਕਰਾਂਗੇ, ਆਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ। ਤੁਸੀਂ ਸਭ ਤੋਂ ਵੱਡੀ ਗੱਲ ਸੰਜੀਵ ਜੀ, ਇੱਕ ਮੈਂ ਤੁਹਾਡੇ ਧਿਆਨ 'ਚ ਲਿਆ ਦੇਵਾਂ, ਦਰਸ਼ਕਾਂ ਦੇ ਵੀ, ਕਿ ਜਿਹੜੇ ਸਾਡੇ ਚੀਫ ਸੈਕਟਰੀ ਨੇ, ਉਹਨਾਂ ਦੇ ਉੱਤੇ ਹੀ ਇੱਕ ਸਮੇਂ ਦੇ ਵਿੱਚ ਕੇਸ ਚੱਲਿਆ ਸੀ ਕਰਪਸ਼ਨ ਲੈਣ ਦਾ, ਉਹ ਜੇਲ੍ਹ ਦੇ ਵਿੱਚ ਵੀ ਰਹੇ।
ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਫਿਰ ਕੀ ਹੈ ਇਹਨਾਂ ਦੀ ਕ੍ਰੈਡੀਬਿਲਿਟੀ, ਕੀ ਇਹਨਾਂ ਦੀ ਸੋਚ ਹੋਊਗੀ। ਤੁਸੀਂ ਅਟਾਰਨੀ ਜਨਰਲ ਦੇ ਸੰਬੰਧ ਵੇਖ ਲਓ ਕਿ ਕਿਹਨਾਂ ਦੇ ਨਾਲ ਹੈਗੇ ਆ। ਸੁਮੇਧ ਸੈਣੀ ਦੀ ਵਕਾਲਤ ਉਹਨਾਂ ਨੇ ਕੀਤੀ ਹੈ, ਰਾਮ ਰਹੀਮ ਦੀ ਵਕਾਲਤ ਉਹਨਾਂ ਨੇ ਕੀਤੀ ਹੈ। ਅੰਮ੍ਰਿਤਸਰ ਤੋਂ ਕੁੰਵਰ ਵਿਜੇ ਪ੍ਰਤਾਪ ਹੁਣੀ ਰੋਜ਼ ਹੀ ਡਿਮਾਂਡ ਕਰਦੇ ਆ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ, ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਔਰ ਆਮ ਜਨਤਾ ਨੂੰ ਉਹਦਾ ਇਨਸਾਫ ਦਿੱਤਾ ਜਾਵੇ। ਸੋ ਤੁਸੀਂ ਆਪੇ ਹੀ ਦੇਖ ਲਓ, ਜਿਹੜੇ ਕਹਿੰਦੇ 24 ਘੰਟੇ ਦੇ ਵਿੱਚ ਇਨਸਾਫ ਦੇ ਦਿਆਂਗੇ, ਸਾਡੀ ਸਰਕਾਰ ਬਣੀ, ਅੱਜ ਉਹ ਕਿੱਥੇ ਗਏ? ਅੱਜ ਇੱਕ ਬੀਬੀ ਜਿਹੜੀ ਗਾਇਕਾ ਸੀ ਉਹ ਕਰਦੀ ਸੀ 5 ਮਿੰਟਾਂ 'ਚ ਐਮਐਸਪੀ ਦੇਵਾਂਗੇ, 5 ਮਿੰਟਾਂ 'ਚ ਐਮਐਸਪੀ ਦੇਵਾਂਗੇ ਹਰ ਫਸਲ ਤੇ। ਅੱਜ ਕਿੱਥੇ ਹੈ ਉਹ? ਅੱਜ ਉਹਦੇ ਬਿਲਕੁਲ। ਮੂੰਹ 'ਚ ਕੀ ਪੈ ਗਿਆ? ਕੀ ਉਹਦੀ ਆਵਾਜ਼ ਨਹੀਂ ਨਿਕਲਦੀ? ਜਿਹੜਾ ਸੋ ਇਸ ਕਰਕੇ ਇਹ ਇੱਥੋਂ ਸਿੱਧਾ-ਸਿੱਧਾ ਸਮਝ ਆਉਂਦਾ ਹੈ ਕਿ ਰਾਜਨੀਤਿਕ ਮਨਸ਼ਾ ਜਿਹੜੀ ਆ ਸਰਕਾਰ ਬਣਨ ਤੋਂ ਪਹਿਲਾਂ ਕੋਈ ਹੋਰ ਹੁੰਦੀ ਆ। ਜਦੋਂ ਇਹ ਤਾਕਤ ਦੇ ਵਿੱਚ ਆਉਂਦੇ ਆ, ਇਕਤਦਾਰ ਦੇ ਵਿੱਚ ਆਉਂਦੇ ਆ, ਫਿਰ ਇਹਨਾਂ ਦੀਆਂ ਅੱਖਾਂ ਬਦਲ ਜਾਂਦੀਆਂ। ਫਿਰ ਇਹ ਆਮ ਲੋਕਾਂ ਲਈ ਹੋਰ, ਤਗੜੇ ਲਈ ਹੋਰ, ਉਸ ਤੋਂ ਤਗੜੇ ਲਈ ਹੋਰ ਹੋ ਜਾਂਦੇ। ਦੇਖੋ ਪਵਨ ਜੀ, 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ, ਉਦੋਂ ਦੀ ਗਰੀਬੀ ਦੂਰ ਕਰਨ ਲੱਗੇ ਹੋਏ ਆ। ਅਜੇ ਤੱਕ ਗਰੀਬੀ ਦੂਰ ਨਹੀਂ ਹੋਈ ਕਿਉਂਕਿ ਕਰਨਾ ਨਹੀਂ ਚਾਹੁੰਦੇ। ਗਰੀਬੀ ਦੂਰ ਹੋ ਗਈ ਤੇ ਵੋਟ ਬੈਂਕ ਟੁੱਟ ਜਾਣਾ ਹੈ, ਫਿਰ ਵੋਟਾਂ ਕਿਹਨਾਂ ਨੇ ਪਾਉਣੀਆਂ ਨੇ? ਗਰੀਬ ਹੋਣਗੇ ਉਹਨਾਂ ਨੂੰ ਤਾਂ ਹੀ ਕਵਾਂਗੇ ਗਰੀਬੀ ਦੂਰ ਕਰਨੀ ਹੈ। ਇਸ ਲਾਲਚ ਵਿੱਚ ਉਹ ਵੋਟਾਂ ਪਾਉਣਗੇ ਤੇ ਅਸੀਂ ਸੱਤਾ 'ਚ ਬਣੇ ਰਵਾਂਗੇ। ਮੇਰਾ ਖਿਆਲ ਇਹ ਹੈ ਕਿ ਸਮੱਸਿਆ ਖਤਮ ਨਹੀਂ ਕਰਨੀ, ਸਮੱਸਿਆ ਦੇ ਆਲੇ ਦੁਆਲੇ ਰਾਜਨੀਤੀ ਬੁਣਨੀ ਹੈ ਤੇ ਆਪਣੀ ਦੁਕਾਨ ਚਲਾਉਣੀ ਹੈ। ਇਹੀ ਸਭ ਕੁਝ ਚੱਲਦਾ ਪਿਆ, ਜੋ ਸਮਝ ਆ ਰਿਹਾ ਹੈ ਸਭ ਨੂੰ ਹੀ, ਸਾਰੇ ਭਾਰਤ ਵਾਸੀਆਂ ਨੂੰ, ਸਾਰੇ ਪੰਜਾਬ ਵਾਸੀਆਂ ਨੂੰ। ਔਰ ਮਾਹਿਰ ਵੀ ਇਹੀ ਗੱਲ ਮੰਨਦੇ ਨੇ, ਜੋ ਸਾਨੂੰ ਦੱਸਦੇ ਨੇ ਕਿ ਜੋ ਸਿਨੈਰੀਓ ਬਣਿਆ ਹੋਇਆ ਹੈ। ਆਪਾਂ ਫਿਰ ਤੋਂ ਆਪਣੀ ਉਹ ਗੱਲ ਤੇ ਆਉਂਦੇ ਹਾਂ ਕਿ ਜਿਹੜੀਆਂ ਅਸੀਂ ਜਾਣਦੇ ਹਾਂ ਕਿ ਸੈਂਟਰਲ ਏਜੰਸੀਜ਼ ਨੇ। ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸੈਂਟਰਲ ਏਜੰਸੀਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ ਆਪਣੇ ਪੋਲੀਟੀਕਲ ਫਾਇਦੇ ਦੇ ਵਾਸਤੇ। ਦਰਅਸਲ ਕੋਈ ਗੱਲ ਹੁੰਦੀ ਨਹੀਂ, ਗੱਲ ਬਣਾ ਲਈ ਜਾਂਦੀ ਹੈ, ਨਿਕਲਦਾ ਵਿੱਚੋਂ ਕੁਝ ਨਹੀਂ। ਇਹ ਉਹਨਾਂ ਨੂੰ ਡਿਫੇਮ ਕਰਨ ਵਾਸਤੇ, ਬੇਇੱਜ਼ਤ ਕਰਨ ਵਾਸਤੇ ਜਾਂ ਉਹਨਾਂ ਦੀ ਬਾਂਹ ਮਰੋੜਨ ਵਾਸਤੇ, ਜਿਹਨੂੰ ਕਹਿੰਦੇ ਆ ਆਰਮ ਟਵਿਸਟਿੰਗ, ਇਸ ਕਰਕੇ ਇਹਨਾਂ ਏਜੰਸੀਜ਼ ਦਾ ਰੋਲ ਬਣਾ ਦਿੱਤਾ ਜਾਂਦਾ। ਜਿਸ ਤਰ੍ਹਾਂ ਉੱਤੋਂ ਆਰਡਰਸ ਹੁੰਦੇ ਨੇ, ਔਰ ਉੱਤੋਂ ਆਰਡਰਸ ਕਿੱਥੋਂ ਆਉਂਦੇ ਨੇ ਅਸੀਂ ਸਾਰੇ ਸਮਝਦੇ ਹਾਂ, ਸਾਰੇ ਜਾਣਦੇ ਹਾਂ, ਕਿਉਂਕਿ ਆਮ ਲੋਕ ਇਹੀ ਰਾਏ ਰੱਖਦੇ ਨੇ। ਔਰ ਆਮ ਲੋਕਾਂ ਨੂੰ ਸਮਝ ਹੈ, ਕੋਈ ਬੁੱਧੂ ਨਹੀਂ ਹੈਗੇ, ਕਿਉਂਕਿ ਉਹ ਵੀ ਵੋਟਾਂ ਪਾਉਂਦੇ ਨੇ, ਦੇਖ ਪਰਖ ਕੇ ਪਾਉਂਦੇ ਨੇ। ਹੋ ਸਕਦਾ ਕੋਈ ਗਲਤੀ ਹੋ ਜਾਂਦੀ, ਗਲਤ ਲੋਕਾਂ ਨੂੰ ਜਾਂ ਗਲਤ ਪਾਰਟੀ ਨੂੰ ਚੁਣ ਲੈਂਦੇ ਨੇ, ਬਾਅਦ ਵਿੱਚ ਫਿਰ ਪਛਤਾਉਂਦੇ ਨੇ। ਇਹ ਵੀ ਸੁਣਨ ਨੂੰ ਸਾਹਮਣੇ ਆਉਂਦੀਆਂ ਨੇ ਗੱਲਾਂ। ਹੁਣ ਇਹ ਵੇ ਆਊਟ ਕੀ ਹੋ ਸਕਦਾ ਹੈ ਕਿ ਹਰ ਪਾਸੇ ਇਹੀ ਮਾਹੌਲ, ਅਸੀਂ ਕਹਾਂਗੇ ਰਾਜਨੀਤੀ ਦਾ ਇੱਦਾਂ ਦੀ ਹੋਈ ਹੈ। ਰਾਜਨੀਤੀ ਇੱਦਾਂ ਦੀ ਨਹੀਂ, ਰਾਜਨੀਤੀ ਦੇ ਵਿੱਚ ਆਉਣ ਵਾਲੇ ਲੋਕ ਇੱਦਾਂ ਦੇ ਨੇ ਜਿਹੜੇ ਰਾਜਨੀਤੀ ਨੂੰ ਇੱਦਾਂ ਦਾ ਗੰਦਲਾ ਬਣਾ ਦਿੰਦੇ ਨੇ। ਸੋ ਵੇ ਆਊਟ ਕੀ ਹੈ? ਕੀ ਰਸਤਾ ਹੋ ਸਕਦਾ ਜਿਹਦੇ 'ਚ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਵੇ, ਸੁੱਖ ਦਾ ਸਾਹ ਆਵੇ? ਦੇਖੋ, ਪਹਿਲੀ ਤਾਂ ਗੱਲ ਇਹ ਹੈਗੀ ਆ, ਜਿਹੜੀ ਏਜੰਸੀ ਦੀ ਗੱਲ ਹੈਗੀ ਆ, ਚਾਹੇ ਸੀਬੀਆਈ ਹੋਵੇ, ਈਡੀ ਹੋਵੇ ਜਾਂ ਸਟੇਟਾਂ ਦੇ ਵਿੱਚ ਵਿਜੀਲੈਂਸ ਬਿਊਰੋ ਹੋਵੇ ਜਾਂ ਹੋਰ ਗੱਲਾਂ ਹੋਣ, ਉਹ ਏਜੰਸੀ ਜਿਹੜੀਆਂ ਹੈਗੀਆਂ ਉਹ ਤੇ ਨਿਰਪੱਖਤਾ ਦੇ ਨਾਲ ਕੰਮ ਉਹਨਾਂ ਨੂੰ ਕਰਨਾ ਚਾਹੀਦਾ, ਮਜ਼ਬੂਤੀ ਦੇ ਨਾਲ ਕੰਮ ਕਰਨਾ ਚਾਹੀਦਾ। ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਏਜੰਸੀਜ਼ ਨੂੰ, ਇਹਨਾਂ ਅਦਾਰਿਆਂ ਨੂੰ ਬਹੁਤ ਮਜ਼ਬੂਤ ਕਰੇ ਔਰ ਨਿਰਪੱਖਤਾ ਦੇ ਨਾਲ ਉਹ ਆਪਣੀ ਡਿਊਟੀ ਦਾ ਨਿਰਵਾਹ ਕਰਨ। ਨੰਬਰ 1। ਨੰਬਰ 2 ਗੱਲ ਜਿਹੜੀ ਹੈਗੀ ਆ ਬੜੀ ਇੰਪੋਰਟੈਂਟ, ਕਿ ਜੇ ਕਿਸੇ ਨੂੰ ਕਰਪਸ਼ਨ ਦੇ ਕੇਸਿਸ ਦੇ ਵਿੱਚ ਫੜਿਆ ਜਾਂਦਾ, ਇਲਜ਼ਾਮ ਤਰਾਸ਼ੀ ਹੁੰਦੀ ਆ, ਇਕੱਲਾ ਮੀਡੀਆ ਟ੍ਰਾਇਲ ਕਰਕੇ, ਕੋਰਟ ਦੇ ਵਿੱਚ ਪੇਸ਼ ਕਰਕੇ, ਉਹਨੂੰ ਜ਼ਮਾਨਤ ਦਵਾ ਕੇ ਫਿਰ ਖਾਲੀ ਉਸ ਨੂੰ ਇਸ ਤਰ੍ਹਾਂ ਹੀ ਬਾਅਦ ਦੇ ਵਿੱਚ ਕੁਝ ਵੀ ਕੈਫਰੇ ਕਿਰਦਾਰ ਤੱਕ ਨਾ ਪਹੁੰਚਾਉਣਾ, ਉਸਦੀ ਜ਼ਮਾਨਤ ਹੋ ਜਾਣੀ, ਉਸ ਤੋਂ ਬਾਅਦ ਉਹਨੂੰ ਕਦੀ ਸਜ਼ਾ ਵੀ ਨਹੀਂ ਹੋਣੀ। ਇਹ ਵੀ ਤੁਸੀਂ ਦੇਖ ਲਓ ਕਿ ਕੀ ਸਰਕਾਰਾਂ ਦੇ ਰੋਲ ਇਹਨਾਂ ਗੱਲਾਂ 'ਚ ਬਣਦੇ ਆ। ਜਿੰਨੇ ਵੀ ਅਜੇ ਹਜ਼ਾਰਾਂ ਕੇਸ ਆਏ ਹੋਣਗੇ, ਜੇ 1000 ਕੇਸ ਦੀ ਗੱਲ ਕਰੀਏ ਤੇ 1000 ਦੇ ਵਿੱਚੋਂ 5 ਕੇਸ ਅਜਿਹੇ ਹੋਣਗੇ ਜਿਨ੍ਹਾਂ ਦੇ ਵਿੱਚ ਕਿਸੇ ਨੂੰ ਕਦੀ-ਕਦੀ ਸਜ਼ਾ ਹੋਈ ਹੋਵੇ। 995 ਨੂੰ ਤੇ ਕਦੀ ਸਜ਼ਾ ਹੀ ਨਹੀਂ ਹੁੰਦੀ। ਕੇਸ ਦੇ ਦੌਰਾਨ ਉਹ ਬਰੀ-ਬੁਰੀ ਹੋ ਜਾਂਦੇ ਨੇ ਜਾਂ ਕਿਸੇ ਤਰ੍ਹਾਂ ਦੀ ਧਿਰ ਨਾਲ ਰਾਜ਼ੀਨਾਮਾ ਹੋ ਜਾਂਦਾ ਜਾਂ ਸਰਕਾਰ ਬਦਲ ਜਾਂਦੀ ਹੈ। ਨੰਬਰ ਤੀਸਰਾ ਪੁਆਇੰਟ, ਮਾਫ਼ੀ, ਇਜ਼ਾਫੀ ਔਰ ਤਲਾਫੀ। ਇਹ ਤਿੰਨੋਂ ਕੰਮ ਹੋਣੇ ਚਾਹੀਦੇ ਆ ਕਿ ਜੇ ਕੋਈ ਵਿਅਕਤੀ, ਜੇ ਉਹਨੇ ਕਰਪਸ਼ਨ ਕੀਤੀ ਆ, ਉਹਦੇ ਕੋਲੋਂ ਬਰਾਮਦਗੀ ਕਰਾਉਣੀ ਚਾਹੀਦੀ ਆ। ਜਿੰਨੇ ਪੈਸੇ ਜੇ ਉਹਨੇ ਦੇ ਕੇ ਆ, ਲੋਕਾਂ ਦੇ ਲੁੱਟੇ ਆ, ਤੇ ਉਹ ਪੈਸੇ ਵਾਪਸ ਜਿਹੜੇ ਆ ਉਹਦੇ ਕੋਲੋਂ ਲੈਣੇ ਚਾਹੀਦੇ ਆ। ਪਰ ਤੁਸੀਂ ਦੇਖੋ, ਦੇਸ਼ ਦੇ ਵਿੱਚ ਏਦਾਂ ਦੇ ਕਾਨੂੰਨ ਹੀ ਹੈ ਨਹੀਂ। ਬਿਹਾਰ ਦੇ ਵਿੱਚ ਜੇ ਲਾਲੂ ਯਾਦਵ ਨੂੰ ਚਾਰਾ ਘੁਟਾਲਾ ਦੇ ਵਿੱਚ ਸਜ਼ਾ ਹੋਈ, ਜੇ ਉਹ ਸਜ਼ਾ ਕੱਟਣਗੇ, ਵੀਵੀਆਈਪੀ ਤਰੀਕੇ ਨਾਲ ਜੇਲ੍ਹਾਂ ਦੇ ਵਿੱਚ ਰਹਿਣਗੇ, ਹਰ ਸੁਵਿਧਾ ਉਹਨਾਂ ਨੂੰ ਉੱਥੇ ਵੀ ਮੁਹੱਈਆ ਹੋਊਗੀ। ਘੁੰਮਣ ਫਿਰਨ ਦਾ ਇੰਤਜ਼ਾਮ, ਏਸੀ ਦਾ, ਬੈੱਡ ਦਾ, ਹਰ ਚੀਜ਼ ਦਾ ਇੰਤਜ਼ਾਮ ਉਹਨਾਂ ਨੂੰ ਮਿਲਦਾ ਹੈ। ਤੇ ਪਰ ਕਿਸੇ ਨੇ ਵੀ ਇਹ ਗੱਲ ਕੀਤੀ ਕਿ ਜੇ ਉਹਨਾਂ ਨੇ ਇੰਨੇ ਕਿੰਨੇ ਹਜ਼ਾਰ ਘੁਟਾਲਾ, ਕਿੰਨੇ ਲੱਖਾਂ ਦਾ, ਕਰੋੜਾਂ ਦਾ ਘੁਟਾਲਾ ਕਰ ਲਿਆ, ਤੇ ਉਹ ਪੈਸੇ ਵਾਪਸ ਜਿਹੜੇ ਆ ਉਹ ਪੰਜਾਬ ਦੇ ਜਾਂ ਦੇਸ਼ ਦੇ ਪਬਲਿਕ ਐਕਸਚੇਕਰ ਦੇ ਵਿੱਚ ਵਾਪਸ ਲਿਆਂਦੇ ਜਾਣ, ਖਜ਼ਾਨੇ ਦੇ ਵਿੱਚ ਵਾਪਸ ਪਾਏ ਜਾਣ, ਉਹ ਪੈਸੇ ਕੋਈ ਗੱਲ ਨਹੀਂ ਕਰਦਾ। ਤੁਸੀਂ ਤੇਲਗੀ, ਪੁਰਾਣੇ ਸਮੇਂ ਦੇ ਵਿੱਚ ਤੇਲਗੀ ਨੇ ਸਟੈਂਪ ਪੇਪਰ ਘੁਟਾਲਾ ਕੀਤਾ ਸੀ। ਉਹ ਕਿੰਨੇ ਹਜ਼ਾਰਾਂ ਕਰੋੜਾਂ ਦਾ ਘੁਟਾਲਾ ਸੀ, ਉਹ ਜੇਲ੍ਹ 'ਚ ਮੌਜਾਂ ਮਾਰ ਰਿਹਾ ਤੇ ਉਹ ਤੋਂ ਕਿਹੜੇ ਪੈਸੇ ਵਾਪਸ ਲੈ ਲਏ। ਜੇ ਪੈਸੇ ਏਦਾਂ ਹੀ ਲੁੱਟਦੇ ਜਾਣਾ ਤੇ ਲੀਡਰਾਂ ਨੇ ਸਜ਼ਾ ਥੋੜ੍ਹੀ ਬਹੁਤੀ ਕਰਕੇ ਬਾਅਦ ਦੇ ਵਿੱਚ ਜ਼ਿੰਦਗੀ ਸੁਖਾਲੀ ਬਿਤਾ ਲੈਣੀ ਆ, ਬਾਹਰ ਆ ਜਾਣਾ, ਤੇ ਫਿਰ ਇੰਨਾ ਪੈਸਾ ਤਾਂ ਗਬਨ ਕਰਕੇ ਕਿਸੇ ਵੀ ਗਰੀਬ ਬੰਦੇ ਨੂੰ ਇੰਨਾ ਪੈਸਾ ਦੇ ਦਿਓ, 2
ਹੈਗਾ ਠੀਕ ਹੈ। ਔਰ ਚੌਥਾ ਪੰਜਵਾਂ ਪੁਆਇੰਟ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਪੰਜਾਬ ਸਰਕਾਰ ਦੀ ਵੀ ਇੰਟੈਂਸ਼ਨ ਮੈਨੂੰ ਕਈ ਗੱਲਾਂ ਵਿੱਚ ਠੀਕ ਨਹੀਂ ਲੱਗ ਰਹੀ। ਪੰਜਾਬ ਦੇ ਜੀ। ਵਿੱਚ ਬੇਲ ਹੋਈ, ਉਹਦੇ ਵਿੱਚ ਪੰਜਾਬ ਪੁਲਿਸ ਨੇ ਕਦੀ ਕਸਟੋਡੀਅਲ ਇੰਟਰੋਗੇਸ਼ਨ ਦੀ ਕਦੀ ਡਿਮਾਂਡ ਹੀ ਨਹੀਂ ਕੀਤੀ। ਔਰ ਉਹਨਾਂ ਨੇ ਦੇਖੋ ਕੋਰਟ ਨੇ ਵੀ ਇਹੀ ਕਿਹਾ ਕੋਈ ਵੈਲਿਡ ਪ੍ਰੂਫ ਪੰਜਾਬ ਪੁਲਿਸ ਦੇ ਹੀ ਨਹੀਂ ਸਕੀ ਇਸ ਗੱਲ ਦੇ ਉੱਤੇ, ਇਹਨਾਂ ਨੂੰ ਜ਼ਮਾਨਤ ਦੇਣੀ ਬਣਦੀ ਹੈ। ਉਸ ਤੋਂ ਬਾਅਦ ਜਿਹੜੇ ਸੰਬੰਧਿਤ ਕਈ ਹੋਰ ਡਰੱਗ ਪੈਡਲਰਸ, ਜਿਹੜੇ ਸੋ ਕਾਲਡ ਡਰੱਗ ਪੈਡਲਰਸ, ਜਿਨ੍ਹਾਂ ਦਾ ਨਾਮ ਨਸ਼ੇ ਦੀ ਇਸ ਫਰੋਖਤ ਦੇ ਵਿੱਚ ਆਉਂਦਾ ਹੈਗਾ, ਉਹ ਜਿਹੜੇ NRI ਬੈਠੇ ਆ ਲਗਭਗ 11 ਦੇ ਕਰੀਬ, 11 ਦੇ ਵਿੱਚੋਂ 2 ਦੀ ਡੈਥਸ ਹੋ ਗਈਆਂ ਨੇ। ਉਹ 9 ਜਿਹੜੇ ਬਾਕੀ ਬਚੇ ਹੋਏ ਆ, ਉਹ ਜਿਹੜਾ ਕੈਨੇਡਾ ਦੇ ਅਫੀਸ਼ੀਅਲ ਡਿਪਾਰਟਮੈਂਟਸ ਹੈਗੇ ਆ ਔਰ ਭਾਰਤ ਸਰਕਾਰ ਹੈਗੀ ਆ, ਇੱਕ ਦੂਜੇ ਨੂੰ ਉਹਨਾਂ ਨੂੰ ਐਕਸਟ੍ਰਾਡੀਟ ਕਰਾਉਣ ਲਈ, ਐਕਸਟ੍ਰਾਡੀਸ਼ਨ ਕਰਾਉਣ ਲਈ, ਉਹਨਾਂ ਨੂੰ ਉੱਥੋਂ ਫੜ ਕੇ ਪੰਜਾਬ ਵਾਪਸ ਲਿਆਉਣ ਲਈ, ਭਾਰਤ ਵਾਪਸ ਲਿਆਉਣ ਲਈ ਜਿਹੜੇ ਡੇਟਾ ਉਹ ਪੰਜਾਬ ਸਰਕਾਰ ਕੋਲੋਂ ਇਸ ਵੇਲੇ ਮੰਗ ਰਹੀ ਹੈ ਤੇ ਪੰਜਾਬ ਸਰਕਾਰ ਉਹਨਾਂ ਨੂੰ ਮੁਹੱਈਆ ਹੀ ਨਹੀਂ ਕਰਾ ਰਹੀ। ਸੋ ਇਹਦਾ ਮਤਲਬ ਸਿੱਧਾ ਸਾਨੂੰ ਸਮਝ ਹੀ ਆ ਰਿਹਾ ਕਿ ਉਹ ਜਿਹੜੇ ਡਰੱਗ ਲਾਰਡਸ ਹੈਗੇ ਆ, ਪੰਜਾਬ ਸਰਕਾਰ ਇੰਨੀ ਸੁਹਿਰਦ ਵੀ ਨਹੀਂ ਹੈਗੀ ਕਿ ਉਹਨਾਂ ਦੀ ਜਾਣਕਾਰੀ ਪ੍ਰੋਪਰ ਜਿਸ ਫਾਰਮੈਟ ਦੇ ਵਿੱਚ ਸਰਕਾਰਾਂ ਮੰਗਦੀਆਂ ਨੇ ਉਹ ਦਿੱਤੀ ਜਾਵੇ ਤੇ ਉਹਨਾਂ ਨੂੰ ਉੱਥੋਂ ਵਾਪਸ ਫੜ ਕੇ ਪੰਜਾਬ ਦੇ ਵਿੱਚ ਲਿਆ ਕੇ ਉਹਨਾਂ ਦੇ ਕੇਸ ਚਲਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਔਰ ਇਹ ਸਾਬਤ ਕੀਤਾ ਜਾਵੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀਤਾ ਜਾਵੇ ਕਿ ਨਸ਼ਾ ਆਖਰ ਵੇਚਦਾ ਕੌਣ ਸੀ, ਬਣਾਉਂਦਾ ਕੌਣ ਸੀ। ਜੇ ਕਿਸੇ ਲੀਡਰ ਦੀ ਸ਼ਮੂਲੀਅਤ ਆਈ ਤੇ ਉਹਦੇ ਨਾਲ ਉਹਦੇ ਸੰਬੰਧ ਕੀ ਸੀ। ਨਾ ਪਿਛਲੀ ਸਰਕਾਰ ਨੇ ਕੋਈ ਏਦਾਂ ਦੀ ਜਾਣਕਾਰੀ ਦਿੱਤੀ, ਨਾ ਉਸ ਤੋਂ ਪਿਛਲੀ ਨੇ, ਨਾ ਇਸ ਜਿਹੜੀ ਹੁਣ ਆਮ ਆਦਮੀ ਪਾਰਟੀ ਨਸ਼ੇ ਦੇ ਬਾਰੇ ਗੱਲ ਕਰਦੀ, ਉਹਨਾਂ ਨੇ ਵੀ ਕੋਈ ਏਦਾਂ ਦੀ ਜਾਣਕਾਰੀ ਨਹੀਂ ਦਿੱਤੀ। ਸੋ ਇਸ ਕਰਕੇ ਆਮ ਆਵਾਮ ਨੂੰ ਇਹਨਾਂ ਗੱਲਾਂ ਤੋਂ ਵਾਂਝੇ ਰੱਖਣਾ, ਆਮ ਆਵਾਮ ਨੂੰ ਇਹਨਾਂ ਟੈਕਨੀਕਲ ਗੱਲਾਂ ਤੋਂ ਦੂਰੀਆਂ ਹੋਣੀਆਂ ਉਹਨਾਂ ਦੀਆਂ, ਇਸ ਗੱਲ ਦਾ ਬਾਇਸ ਬਣਦੇ ਆ ਕਿ ਏਦਾਂ ਦੇ ਦੋਸ਼ੀ ਜਿਹੜੇ ਉਹ ਬਚ ਜਾਂਦੇ ਆ। ਤੇ ਔਰ ਪਰ ਜਿਹੜੇ ਤੁਹਾਡੇ ਵਰਗੇ ਬੁੱਧੀਜੀਵੀ ਵਰਗ ਲੋਕ ਹੁੰਦੇ ਆ, ਉਹ ਇਹਨਾਂ ਗੱਲਾਂ ਨੂੰ ਸਮਝਦੇ ਆ, ਸਾਜ਼ਿਸ਼ ਨੂੰ ਸਮਝਦੇ ਆ, ਔਰ ਇਸ ਕਰਕੇ ਉਹਨਾਂ ਨੂੰ ਨਜ਼ਰ ਆਉਂਦਾ, ਨਾ ਉਮੀਦੀ ਜਾਗਦੀ ਆ ਕਿ ਇਹ ਸਰਕਾਰ ਵੀ ਨਾ ਤੇ ਡਰੱਗ ਲਾਰਡਸ ਨੂੰ ਫੜ ਰਹੀ ਹੈ, ਨਾ ਹੀ ਜਿਹੜੇ ਐਕਸਟ੍ਰਾਡੀਟ ਕਰਾ ਰਹੀ ਹੈ ਫੋਰਨ ਦੇ ਵਿੱਚ NRI ਬੈਠੇ ਜਿਨ੍ਹਾਂ ਤੇ ਡਰੱਗਸ ਦੇ ਇਲਜ਼ਾਮ ਹੈਗੇ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਡਰੱਗਸ ਵੇਚੀਆਂ ਔਰ ਵਿਦੇਸ਼ ਜਾ ਕੇ ਬਹਿ ਗਏ, ਨਾ ਹੀ ਉਹ ਬੇਅਦਬੀ ਦੇ ਮਾਮਲੇ ਦੇ ਵਿੱਚ ਲੋਕਾਂ ਨੂੰ ਇਨਸਾਫ ਜਿਹੜਾ ਦਿਵਾਉਣ ਦੀ ਕੋਈ ਗੱਲ ਕਰ ਰਹੀਆਂ ਨੇ, ਨਾ ਹੀ ਹੋਰ ਵੀ ਕਿਸੇ ਵੀ ਜਿਹੜੇ ਲੋਕਾਂ ਦੇ ਮਸਲੇ ਹੈਗੇ ਉਹਨਾਂ ਪ੍ਰਤੀ ਸਿਵਾਏ ਹਵਾਈ ਬਿਆਨਾਂ ਤੋਂ ਕੋਈ ਵੀ ਚੀਜ਼ ਅਮਲ ਦਰਾਮਦ ਦੇ ਵਿੱਚ ਇੰਪਲੀਮੈਂਟ ਕਰਕੇ ਲੋਕਾਂ ਨੂੰ ਦਿਖਾ ਨਹੀਂ ਰਹੇ। ਜੀ ਪਵਨ ਜੀ, ਇੱਕ ਕੇਸ ਜਿਹੜਾ ਆਪਾਂ ਗੱਲਾਂ ਦੇ ਵਿੱਚ ਜ਼ਿਕਰ ਕੀਤਾ, ਹਾਲਾਂਕਿ ਜੁਡੀਸ਼ਰੀ ਦਾ ਮਾਮਲਾ ਹੈ, ਜੁਡੀਸ਼ਰੀ ਹਰ ਚੀਜ਼ ਦਾ ਫੈਸਲਾ ਸਬੂਤਾਂ ਤੇ ਗਵਾਹਾਂ ਦੇ ਆਧਾਰ ਤੇ ਕਰਦੀ ਹੈ। ਜੇ ਸਬੂਤ ਤੇ ਗਵਾਹ ਪੁਖਤਾ ਨੇ ਤਾਂ ਇਨਸਾਫ ਮਿਲ ਸਕਦਾ, ਜੇ ਗਵਾਹ ਤੇ ਸਬੂਤ ਨਹੀਂ ਹੈਗੇ ਤਾਂ ਜੁਡੀਸ਼ਰੀ ਵੀ ਕੀ ਕਰੇ, ਕਿਸ ਆਧਾਰ ਦੇ ਉੱਤੇ ਇਨਸਾਫ ਦੇਵੇ। ਸੋ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਡਿਸਕਸ਼ਨਸ ਦੇ ਵਿੱਚ, ਜਿਸ ਤਰ੍ਹਾਂ ਦਾ ਸਾਰਾ ਫੈਡਰਲ ਸਟਰਕਚਰ ਹੈ, ਜਿੱਦਾਂ ਦਾ ਸਾਰਾ ਜੁਡੀਸ਼ੀਅਲ ਸਿਸਟਮ ਹੈ, ਗਵਾਹਾਂ ਤੇ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਸਾਰੇ ਫੈਸਲੇ ਹੁੰਦੇ ਨੇ। ਬਿਲਕਿਸ ਬਾਨੋ ਕੇਸ ਨੂੰ ਆਪਾਂ ਜੇ ਕਾਨੂੰਨ ਦੀ ਨਜ਼ਰ 'ਚ ਦੇਖੀਏ, ਕੌਨਸਟੀਟਿਊਸ਼ਨ ਦੀ ਲਾਈਟ 'ਚ ਦੇਖੀਏ, ਜੋ ਸਾਰਾ ਪ੍ਰੋਸੈਸ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕੀ ਲੱਗਦਾ ਹੈ ਕਿ ਜੋ ਇਹ ਸਾਰੇ ਹਾਲਾਤ ਬਣੇ ਨੇ, ਇਹਦਾ ਹੀ ਨਿੰਦਾ ਤੇ ਅਮਰੀਕਾ ਦੀਆਂ ਕਈ ਏਜੰਸੀਜ਼ ਨੇ ਵੀ ਕੀਤੀਆਂ ਨੇ, UNO ਦੇ ਵਿੱਚ ਵੀ ਗੱਲਬਾਤ ਹੋਈ ਹੈ। ਦੇਖੋ ਸੰਜੀਵ ਜੀ, ਕਿਸੇ ਵੀ ਕੇਸ, ਮੈਂ ਜੇ ਓਵਰਆਲ ਪੂਰੇ ਵਰਲਡ ਦੇ ਵਿੱਚ ਗੱਲ ਕਰਾਂ, ਉਹ ਜਦੋਂ ਦੇਖੋ ਕੇਸ ਦਾ ਇੱਕ ਪ੍ਰੋਸੀਜਰ ਹੁੰਦਾ, ਜਦੋਂ ਕੋਈ ਵਾਰਦਾਤ ਪੇਸ਼ ਆਉਂਦੀ ਹੈ, ਚਾਹੇ ਉਹ ਰੇਪ ਦੀ ਘਟਨਾ ਹੋਵੇ, ਚਾਹੇ ਕਿਸੇ ਨੂੰ ਕੁੱਟਮਾਰ ਦੀ ਘਟਨਾ ਹੋਵੇ, ਚਾਹੇ ਵੱਡੀ ਤੋਂ ਵੱਡੀ ਕੋਈ ਘਟਨਾ ਹੋਵੇ, ਉਹਦੇ ਵਿੱਚ ਜਦੋਂ FIR ਦਰਜ ਹੁੰਦੀ ਹੈ, ਉਸ ਤੋਂ ਬਾਅਦ ਕੁਝ ਦਿਨਾਂ ਦੇ ਵਿੱਚ ਉਹਦਾ ਚਲਾਨ ਟੂ ਪੁੱਟ ਕਰਨਾ ਹੁੰਦਾ। ਉਹਦੇ ਵਿੱਚ ਅਸੀਂ ਇਹ ਸਮਝ ਲੈਂਦੇ ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕਿਸੇ ਦੀ ਹਮਾਇਤ ਕਰਦਾ ਜਾਂ ਕਿਸੇ ਦੀ ਗੱਲ, ਮੈਂ ਇਹ ਕਹਿ ਰਿਹਾ ਕਿ ਹਰ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਰਾਈਟ ਜ਼ਰੂਰ ਹੈਗਾ। ਜੇ ਕੋਈ ਦੋਸ਼ੀ ਵੀ ਹੈਗਾ, ਜੇ ਕੋਈ ਕਿਸੇ ਨੂੰ ਸਜ਼ਾ ਯਾਫਤਾ ਸ਼ਖਸ ਵੀ ਹੈਗਾ ਤੇ ਉਹਨੂੰ ਵੀ ਆਪਣਾ ਬਚਾਅ ਪੱਖ ਰੱਖਣ ਦਾ ਇੱਕ ਹੱਕ ਜਿਹੜਾ ਸਾਡੇ ਸੰਵਿਧਾਨ ਵੱਲੋਂ, ਕਾਨੂੰਨ ਵੱਲੋਂ ਮਿਲਿਆ। ਸੋ ਜਿਹਦੇ ਵਿੱਚ ਟੈਕਨੀਕਲ ਫਾਲਟਸ ਹੁੰਦੇ ਆ, ਫਲॉज ਹੁੰਦੇ ਆ ਸਾਡੀ ਲੀਗਲ ਸਿਸਟਮ ਦੇ ਵਿੱਚ। ਤੁਸੀਂ ਦੇਖਿਆ ਹੋਊਗਾ ਕਿ ਕਈ ਵਾਰੀ ਵੱਡੇ ਟੈਰਰਿਸਟ ਜਿਹੜੇ ਆ ਉਹਨਾਂ ਨੂੰ ਕਈ ਸਾਲ ਜਿਹੜਾ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ, ਉਹ ਭਗਤ ਕੀਤੀ ਜਾਂਦੀ ਹੈ, ਜਾਨਾਂ ਬਚਾਈਆਂ ਜਾਂਦੀਆਂ, ਖਾਤਰਦਾਰੀਆਂ ਕੀਤੀਆਂ ਜਾਂਦੀਆਂ। ਤੁਸੀਂ ਪੰਜਾਬ ਦੇ ਮਾਮਲੇ ਦੇਖ ਲਓ, ਸਿੱਧੂ ਮੂਸੇਵਾਲਾ ਦੀ ਡੈਥ ਹੋਈ ਹੈ, ਉਹਨਾਂ ਦਾ ਮਰਡਰ ਹੋਇਆ ਤੇ ਲਾਰੈਂਸ ਬਿਸ਼ਨੋਈ ਦਾ ਨਾਮ ਆ ਰਿਹਾ ਤੇ ਉਸਨੂੰ ਕਿੰਨਾ ਲੋਕਾਂ ਨੇ, ਈਵਨ ਉਹਨਾਂ ਦੇ ਫਾਦਰ ਨੇ ਵੀ ਇਹ ਗੱਲ ਕੀਤੀ ਕਿ ਉਹਨੂੰ ਤੇ VVIP ਟ੍ਰੀਟਮੈਂਟ ਮਿਲ ਰਿਹਾ। ਦੇਖੋ ਹੁਣ ਲਾਅ ਦੇ ਵਿੱਚ, ਲੀਗਲ ਸਿਸਟਮ ਦੇ ਵਿੱਚ ਕੀ ਫਲॉज ਹੈਗੇ ਆ ਜਾਂ ਕੀ ਉਹਨਾਂ ਦੇ ਰਾਈਟਸ ਹੈਗੇ ਆ। ਉਹਨਾਂ ਦੇ ਕਿਸੇ ਦੋਸ਼ੀ ਦੇ ਵੀ ਆਪਣੇ ਰਾਈਟਸ ਨੇ। ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਲੀ ਦਿੱਤੀ ਸੀ ਕਿ ਮੈਨੂੰ ਜਿਹੜਾ ਇਨਕਾਊਂਟਰ ਕਰ ਸਕਦੇ ਆ, ਮੇਰੀ ਜਿਹੜੀ ਰੱਖਿਆ ਕੀਤੀ ਜਾਵੇ, ਸੁਰੱਖਿਆ ਕੀਤੀ ਜਾਵੇ। ਹਾਈ ਕੋਰਟ ਨੇ 2 IG ਲੈਵਲ ਦੇ ਅਧਿਕਾਰੀ ਅਪਾਇੰਟ ਕਰ ਦਿੱਤੇ, ਬੁਲੇਟ ਪ੍ਰੂਫ ਗੱਡੀਆਂ ਅਪਾਇੰਟ ਕਰ ਦਿੱਤੀਆਂ। ਹਾਂ, ਇਹ ਵੀ ਗੱਲ ਆਉਂਦੀ ਹੈ ਕਿ ਜੇ ਉਹਨੂੰ ਮਾਰਦੇ ਆ ਤੇ ਕਈ ਸਬੂਤ ਜਿਹੜੇ ਆ ਉਹ ਖੁਰਦ-ਬੁਰਦ ਹੋ ਜਾਣਗੇ, ਸੱਚਾਈ ਦਾ ਪਤਾ ਨਹੀਂ ਲੱਗੇਗਾ। ਇਸੇ ਤਰੀਕੇ ਦੇ ਨਾਲ ਜਿਹੜੀ ਕੇਸਿਸ ਦੀ ਤੁਸੀਂ ਵੀ ਗੱਲ ਕਰ ਰਹੇ ਹੈਗੇ ਹੋ, ਜੇ ਕਿਸੇ ਨੂੰ
ਰਿਹਾ ਕਰ ਦਿੱਤਾ ਜਾਂਦਾ ਹੈ। ਹਰੇਕ ਸਜ਼ਾ ਦੀ ਕੋਈ ਨਾ ਕੋਈ ਟਰਮ ਹੈਗੀ ਆ। ਲੀਗਲ ਟਰਮਸ, ਟੈਕਨੀਕਲ ਟਰਮਸ ਹੁੰਦੀਆਂ। ਕਈਆਂ ਨੂੰ ਉਮਰ ਕੈਦ ਇਸ ਲੈਵਲ ਦੀ ਵੀ ਹੁੰਦੀ ਆ ਕਿ ਜਿੰਨੀ ਦੇਰ ਤੱਕ ਉਹ ਜ਼ਿੰਦਾ ਰਹਿੰਦੇ ਨੇ। ਕਈਆਂ ਨੂੰ ਉਮਰ ਕੈਦ ਏਦਾਂ ਦੀ ਵੀ ਹੁੰਦੀ ਆ ਕਿ ਜਦੋਂ 20 ਸਾਲ ਦੀ ਉਹਨਾਂ ਨੂੰ ਕੈਦ ਸੁਣਾਈ ਗਈ, ਇਹਨੂੰ ਉਮਰ ਕੈਦ ਮੰਨਿਆ ਜਾਂਦਾ ਤੇ ਉਸ ਤੋਂ ਬਾਅਦ ਦਿਨ-ਰਾਤ ਪਾ ਕੇ ਉਹ 10 ਸਾਲ ਰਹਿ ਜਾਂਦੀ ਹੈ ਤੇ ਫਿਰ ਹਰ 15 ਅਗਸਤ ਔਰ 26 ਜਨਵਰੀ ਨੂੰ ਕੁਝ ਦਿਨ ਉਹ ਵੀ ਕੱਟੇ ਜਾਂਦੇ, ਛੁੱਟੀਆਂ ਮਿਲਦੀਆਂ ਨੇ ਤੇ ਫਿਰ ਉਹ 8-9 ਸਾਲ ਜੇਲ੍ਹ ਦੇ ਵਿੱਚ ਰਹਿੰਦੇ ਨੇ। ਸੋ ਇਸ ਕਰਕੇ ਹਰ ਬੰਦੇ ਦੀ, ਚਾਹੇ ਉਹ ਕਿਸੇ ਨਾਲ ਧੱਕਾ ਹੋਇਆ ਜਾਂ ਕੋਈ ਧੱਕਾ ਕਰ ਰਿਹਾ, ਦੋਨਾਂ ਦੇ ਲੀਗਲ ਰਾਈਟਸ ਹੈਗੇ। ਹਾਂ, ਇਹ ਜ਼ਰੂਰ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਮਜ਼ਲੂਮ ਇਨਸਾਨ ਹੈਗਾ, ਗਰੀਬ ਔਰ ਸ਼ਰੀਫ ਇਨਸਾਨ ਹੈਗਾ, ਉਹਦੀ ਲਾਈਫ ਨਹੀਂ ਹੈਗੀ। ਉਹਦੇ ਨਾਲ ਧੱਕਾ ਵੱਡੇ ਲੈਵਲ ਤੇ ਹੋ ਜਾਂਦਾ। ਉਹਨੂੰ ਜਸਟਿਸ ਲੈਣ ਲਈ ਬੜਾ ਹੀ ਲੰਮਾ ਸਮਾਂ ਲੱਗ ਜਾਂਦਾ ਹੈ। ਬੇਸ਼ੱਕ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿਹਾ ਗਿਆ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਤੋ ਫਿਰ ਵੀ ਮੈਂ ਸਮਝਦਾ ਕਿ ਜੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਲੋਕ ਬਰੀ ਹੁੰਦੇ ਨੇ ਤੇ ਉਹ ਲੀਗਲ ਪ੍ਰੋਸੈਸ ਦੇ ਥਰੂ ਗਏ ਹੁੰਦੇ ਆ। ਅਗਲੇ ਸਿਸਟਮ ਨੂੰ ਵੀ ਇਹ ਹੱਕ ਹੁੰਦਾ ਹੈ ਕਿ ਉਹ ਫਿਰ ਉਸ ਤੇ ਅਪੀਲ ਕਰ ਸਕਦਾ। ਫਿਰ ਉਸਨੂੰ ਦੇਖੋ, ਹਰ ਬੰਦੇ ਦੇ ਰਾਈਟਸ ਹੈ, ਮੈਂ ਉਹੀ ਗੱਲ ਕਰ ਰਿਹਾ ਕਿ ਹਰ ਵਿਅਕਤੀ ਦੇ ਰਾਈਟਸ ਹੈਗੇ ਆ। ਲੋਕ ਕਾਨੂੰਨ ਦੇ ਵਿੱਚ ਰਹਿ ਕੇ ਵੀ ਕਾਨੂੰਨ ਤੋੜਦੇ ਆ। ਉਹਨਾਂ ਦੇ ਲੂਪ ਹੋਲਸ ਵੀ ਲੱਭ ਲੈਂਦੇ ਆ। ਕੀ ਫਲॉज ਹੈਗੇ ਲਾਜ਼ ਦੇ, ਕਿੱਥੋਂ ਕਿਹੜੀ ਚੀਜ਼ ਦਾ ਇਸਤੀਫਾਦਾ ਕੀਤਾ ਜਾ ਸਕਦਾ, ਫਾਇਦਾ ਲਿਆ ਜਾ ਸਕਦਾ। ਇਹ ਸਾਡੇ ਸੰਵਿਧਾਨ ਦੇ ਜਿਹੜਾ ਸਾਡਾ ਕਨਸਟੀਟਿਊਸ਼ਨ ਹੈਗਾ, ਉਹਦਾ ਲਚੀਲਾਪਨ, ਉਹਦੀ ਫਲੈਕਸੀਬਿਲਿਟੀ ਔਰ ਉਹਦਾ ਇਸ ਤਰ੍ਹਾਂ ਲੈਂਥੀ ਹੋਣ ਦਾ, ਇਹੋ ਹੀ ਚੀਜ਼ਾਂ ਦੇ ਫਾਇਦਾ ਲਿਆ ਜਾਂਦਾ। ਤੁਸੀਂ ਚਾਹੇ ਉਹ ਕਹਿ ਸਕਦੇ ਹੋ ਰਿਜ਼ਰਵੇਸ਼ਨ ਦੀ ਵੀ ਗੱਲ ਦੇਖ ਲਓ ਕਿ ਜੇ ਰਿਜ਼ਰਵੇਸ਼ਨ ਸਪੈਸੀਫਿਕ ਕੋਟਾਸ ਦੇ ਲਈ ਰੱਖੀ ਹੁੰਦੀ ਹੈ। ਮੈਂ ਤੇ ਕਈ ਬੰਦੇ ਐਸੇ ਦੇਖੇ ਆ ਕਿ ਜਿਹੜੇ ਸਿਵਲ ਸਰਵੈਂਟ ਨੇ, ਫਿਰ ਵੀ IAS PCS ਅਫਸਰ ਹੈਗੇ ਨੇ, ਫਿਰ ਵੀ ਉਹ ਕੋਈ ਸਪੈਸੀਫਿਕ ਕਿਸੇ ਜਾਤ ਬਰਾਦਰੀ ਨਾਲ ਜੇ ਸੰਬੰਧ ਰੱਖਦੇ ਆ ਤੇ ਉਹ ਵੀ ਵੈਲ ਟੂ ਡੂ ਨੇ, ਕ੍ਰੀਮੀ ਲੇਅਰ ਦੇ ਵਿੱਚ ਆਉਂਦੇ ਨੇ, ਉਹ ਵੀ ਕੋਟਾਸ ਦਾ ਫਾਇਦਾ ਲੈ ਰਹੇ। ਐਗਜ਼ੈਕਟਲੀ। ਗਰੀਬ ਬੰਦੇ ਦਾ ਹੱਕ ਖਾ ਰਹੇ। ਤੁਸੀਂ ਇਹ ਸੋ ਸਮਝ ਲਓ। ਫਿਰ ਸੋ ਸਾਰੀਆਂ ਗੱਲਾਂ ਇਹਦੇ ਨਾਲ, ਸਾਡੇ ਲੀਗਲ ਸਿਸਟਮ ਦੇ ਨਾਲ ਸੰਬੰਧਿਤ ਹੈਗੀਆਂ। ਯਾ ਬਸ ਇਸ ਲਾਈਟ ਦੇ ਵਿੱਚ ਇੱਕੋ ਹੀ ਚੀਜ਼ ਆਏਗੀ ਕਿ ਜੋ ਬਿਲਕਿਸ ਬਾਨੋ ਨੇ, ਜਿਨ੍ਹਾਂ ਦੀ ਲਾਈਫ ਇੱਦਾਂ ਦੀ ਬਣਾ ਦਿੱਤੀ ਗਈ, ਜਿਨ੍ਹਾਂ ਦੀ ਜ਼ਿੰਦਗੀ ਇੱਦਾਂ ਦੀ ਬਣ ਗਈ, ਜਿਨ੍ਹਾਂ ਦਾ ਨਾਲ ਇਹ ਦੁਰਵਿਵਹਾਰ ਹੋਇਆ ਔਰ ਫੈਮਿਲੀ ਮੈਂਬਰਸ ਦੇ ਉੱਤੇ ਵੀ ਇਹ ਤਸ਼ੱਦਦ ਹੋਇਆ, ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਆਪਾਂ ਇੱਕੋ ਹੀ ਗੱਲ ਕਹਿ ਸਕਦੇ ਹਾਂ ਕਿ ਉਸ ਪਰਿਵਾਰ ਦਾ ਕੀ ਕਸੂਰ ਹੈ ਜਿਸ ਦੇ ਨਾਲ ਇਹ ਸਭ ਕੁਝ ਵਾਪਰ ਗਿਆ। ਬਿਲਕਿਸ ਬਾਨੋ ਦਾ ਕੀ ਕਸੂਰ ਹੈ ਜਿਸ ਦੇ ਨਾਲ ਇਹ ਸਭ ਕੁਝ ਵਾਪਰ ਗਿਆ। ਖੈਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਵਨ ਜੀ ਕਿ ਤੁਸੀਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਐਨਾਲਿਸਿਸ ਕੀਤਾ ਇਹਨਾਂ ਸਾਰੀਆਂ ਪੋਲੀਟੀਕਲ ਮੈਟਰਸ ਦੇ ਉੱਤੇ। ਥੈਂਕ ਯੂ ਸੋ ਮਚ ਐਂਡ ਆਲ ਦ ਬੈਸਟ। ਸੋ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਵੀ ਆਪਣੇ ਬਣਦੇ ਵਿਚਾਰ ਸਾਨੂੰ ਇਨਬਾਕਸ ਜ਼ਰੂਰ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।